ਸਚਿਨ ਬਿਸ਼ਨੋਈ ਨਾਂ ਦਾ ਇੱਕ ਵਿਅਕਤੀ ਜਿਹੜਾ ਉਸਨੇ ਅੱਜ ਇੱਕ ਮੀਡੀਆ ਦੇ ਇੱਕ ਹਵਾਲੇ ਨਾਲ ਉਹਨਾਂ ਦੀ ਗੱਲਬਾਤ ਕਿਸੇ ਨਾਲ ਫੋਨ ਦੇ ਜ਼ਰੀਏ ਹੋਈ ਹੈ ਤੇ ਅਸੀਂ ਜਿਹੜਾ ਇਹ ਕੰਮ ਕੀਤਾ ਤੇ ਸਚਿਨ ਬਿਸ਼ਨੋਈ ਇਹ ਕਹਿ ਰਿਹਾ ਸੀ ਕਿ ਮੈਂ ਹੱਥੀਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ, ਮੈਂ ਗੋਲੀਆਂ ਆਪ ਚਲਾਈਆਂ ਨੇ। ਹੁਕਮ ਜਿਹੜਾ ਹੈ ਉਸ ਗਰੁੱਪ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਹੀ ਚੱਲਦਾ ਹੈ ਤੇ ਉਸ ਦਾ ਹੁਕਮ ਜਿਹੜਾ ਹੁੰਦਾ ਹੈ ਪੱਥਰ ਤੇ ਲਕੀਰ ਹੁੰਦੀ ਹੈ, ਉਸ ਨੂੰ ਨਾ ਕੋਈ ਮੋੜਦਾ ਤੇ ਨਾ ਕੋਈ ਹੋਰ ਕਰਦਾ। ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਗੱਲ ਹੈ। ਜ਼ਾਹਿਰਾ ਤੌਰ ਤੇ ਜਿਹਨਾਂ ਦਾ ਬੱਚਾ ਚਲੇ ਗਿਆ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਤੇ ਸੋਚਦੀਆਂ ਨਹੀਂ ਹੋਣਗੀਆਂ। ਚਲੋ ਉਹਨਾਂ ਨੇ ਮੰਗ ਰੱਖ ਦਿੱਤੀ, ਕਿਸੇ ਨੇ ਕਿਹਾ ਹੋਵੇਗਾ ਕਿ ਆਹ ਮੰਗ ਰੱਖੋ, ਉਹ ਰੱਖ ਦਿੱਤੀ ਗਈ। ਕੌਣ ਜ਼ਿੰਮੇਵਾਰ ਹੈ? ਸਾਡੇ ਪੁੱਤ ਨੇ ਕਿਸੇ ਦਾ ਕੀ ਵਿਗਾੜ ਦਿੱਤਾ ਸੀ ਜਿਸ ਕਰਕੇ ਉਹਦੀ ਜਾਨ ਲੈ ਲਈ ਗਈ? ਉਹ ਇਸ ਦੇ ਚਲਦਿਆਂ ਉਹਨਾਂ ਨੇ ਹੁਣ ਅਮਿਤ ਸ਼ਾਹ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਸ਼ੇਖਾਵਤ ਸਾਹਿਬ ਨੂੰ ਫੜਾ ਦਿੱਤੀ ਹੈ। ਜਦੋਂ ਏਜੰਸੀਆਂ ਕੋਈ ਜਾਂਚ ਕਰਦੀਆਂ ਨੇ ਲੰਬਾ ਸਮਾਂ, ਉਦੋਂ ਤੱਕ ਬਹੁਤ ਚੀਜ਼ਾਂ ਭੁੱਲ ਭੁਲਾ ਜਾਂਦੀਆਂ ਨੇ, ਕਈ ਗਵਾਹ ਵਿਚਾਰੇ ਜਹਾਨੋਂ ਤੁਰ ਜਾਂਦੇ ਨੇ। ਫਿਰ ਉਹੀ ਗੱਲ ਕਿ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਰਾਜੋਆਣਾ ਜੇ ਅੰਦਰ ਆਪਣੀ ਭੈਣ ਨੂੰ ਆਪਣੀ ਹਰੀ ਝੰਡੀ ਦੇ ਦਿੰਦੇ ਨੇ, ਉਹਨਾਂ ਨੂੰ ਆਖ ਦਿੰਦੇ ਨੇ ਕਿ ਆ ਤੁਸੀਂ ਜੀ ਇਲੈਕਸ਼ਨ ਲੜੋ ਇਹਨਾਂ ਦੇ ਕਹੇ 'ਤੇ, ਜਿਹੜੇ ਜਥੇਬੰਦੀਆਂ ਨੇ ਤੁਹਾਨੂੰ ਕਿਹਾ ਹੈ ਕਿ ਤੁਸੀਂ ਖੜੇ ਹੋ ਜਾਓ, ਤੇ ਫਿਰ ਜਿਹੜੀ ਅਕਾਲੀ ਦਲ ਨਾਲ ਉਹਨਾਂ ਦੀ ਸਾਂਝ ਹੈ ਉਸ ਦਾ ਕੀ ਬਣੇਗਾ? ਸੰਗਰੂਰ ਲੋਕ ਸਭਾ ਜਿਹੜੀ ਹੈ ਉਹ ਚੋਣ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਔਰ ਘੱਲੂਘਾਰਾ ਦਿਵਸ ਵੀ ਚੱਲ ਰਿਹਾ, ਹਫ਼ਤਾ ਚੱਲ ਰਿਹਾ, ਔਰ ਸਿੱਖ ਸਿਆਸਤ, ਸਿੱਖ ਮੁੱਦੇ ਤੇ ਇਹਨਾਂ ਇਸ਼ੂਜ਼ ਦੇ ਉੱਤੇ ਲੜੀ ਜਾ ਸਕਦੀ ਹੈ। ਯੂਕਰੇਨ ਦੀ ਜੰਗ ਸ਼ੁਰੂ ਹੋਈ ਹੈ ਤੇ ਅਸੀਂ ਰੌਲਾ ਪਾਇਆ ਕਿ ਇਹ ਕਿਉਂ ਜਾਂਦੇ ਨੇ। ਸਾਡੇ ਲੀਡਰ ਵੀ ਬੋਲੇ ਕਈ, ਇਹ ਜਿਹੜੇ ਉੱਥੇ ਜਾਂਦੇ ਨੇ ਕੀ ਲੋੜ ਹੈ, ਸਾਡੇ ਦੇਸ਼ ਵਿੱਚ ਕਿਉਂ ਨਹੀਂ ਪੜ੍ਹਾਈ ਕਰਦੇ? ਜਿਹੜੇ ਮਾੜੇ ਸਟੂਡੈਂਟ ਹੁੰਦੇ ਨੇ ਉੱਥੇ ਜਾਂਦੇ ਨੇ, ਇੱਥੇ ਆ ਕੇ ਉਹ ਉਹਨਾਂ ਦੇ ਸਾਡੇ ਸਟੂਡੈਂਟਸ ਦੇ ਬਰਾਬਰ ਨਹੀਂ। ਚਲੋ ਤੁਹਾਡੇ ਇੰਸਟੀਚਿਊਟ ਭਾਈ ਵਧੀਆ ਹੋਣਗੇ, ਪਰ ਕਰਤੂਤਾਂ ਕੀ ਨੇ? ਹਾਰਦਿਕ ਪਟੇਲ ਦੇ ਭਾਜਪਾ ਵਿੱਚ ਜਾਣ ਦੀਆਂ ਕਨਸੋਆਂ ਤਾਂ ਉਦੋਂ ਦੀਆਂ ਮਿਲ ਰਹੀਆਂ ਸੀ ਜਦੋਂ ਉਹ ਕੇਸ ਜਿਹੜੇ ਸੀ ਉਹਨਾਂ ਵਿੱਚੋਂ ਵਾਪਸ ਲਏ ਜਾਣ ਲੱਗ ਪਏ ਜੀ। ਪਰ ਕਾਂਗਰਸ ਦੇ ਅੰਦਰੂਨੀ ਹਾਲਾਤਾਂ ਨੂੰ ਵੇਖਦੇ ਹੋਏ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਤਾਂ ਕਹਿ ਦਿੱਤੀ ਆ, ਪਰ ਕਾਂਗਰਸ ਵਾਲੇ ਔਖੇ ਬਹੁਤ ਨੇ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਇਸ ਪ੍ਰੋਗਰਾਮ ਵਿੱਚ ਅੱਜ ਮੇਰੇ ਨਾਲ ਸਾਥ ਦੇਣਗੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੀਰ ਸਾਹਿਬ, ਗਰਮੀ ਪਹਿਲਾਂ ਅਪ੍ਰੈਲ 'ਚ ਵੀ ਮਈ 'ਚ ਵੀ ਬਹੁਤ ਵਧੀ, ਹਫ਼ਤਾ ਕੁ ਠੀਕ ਰਹੀ ਤੇ ਹੁਣ ਫੇਰ ਵੱਧ ਗਈ ਹੈ। ਇਸ ਤੋਂ ਪਹਿਲਾਂ ਕਿ ਅਸੀਂ ਮੁੱਦਿਆਂ ਦੀ ਗੱਲ ਕਰੀਏ, ਕੁਝ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੇ ਆਸਾਰ ਬਣਦੇ ਕਿ ਗਰਮੀ ਰਹੂ ਜੀ? ਦੇਖੋ, ਜਿਹੜਾ ਜੂਨ ਮਹੀਨਾ ਨਾ ਜੀ ਇਹ ਗਰਮ ਹੁੰਦਾ ਹੀ ਆ ਜੀ। ਹਾੜ ਮਹੀਨਾ ਸ਼ੁਰੂ ਹੋਣਾ, ਅਜੇ ਤਾਂ ਜੇਠ ਚੱਲ ਰਿਹਾ ਜੀ, ਪਰ ਹਾੜ ਦੇ ਅੱਧ ਤੱਕ ਜਾਂਦਿਆਂ ਜਿਹੜੀ ਹੈ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਂਦਾ। ਸਾਉਣ ਦੇ ਆਉਣ ਤੋਂ ਪਹਿਲਾਂ ਬਾਰਿਸ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਨੋਰਮਲ ਰੂਟੀਨ ਰਵੇ। ਜਿਹੜਾ ਸਾਊਥ ਵੈਸਟ ਮੌਨਸੂਨ ਹੈ, ਜਿਹੜੀ ਇੰਡੀਅਨ ਮੀਟੀਓਰੋਲੋਜੀਕਲ ਡਿਪਾਰਟਮੈਂਟ ਦੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਜੇ ਅਸੀਂ ਉਹਨੂੰ ਅੱਜ ਦੀ ਰਿਪੋਰਟ ਦੇਖੀ ਜਾਵੇ ਤੇ ਕਰਨਾਟਕ ਦੇ ਕਈ ਖੇਤਰਾਂ ਦੇ ਵਿੱਚ ਮੌਨਸੂਨ ਜਿਹੜੀ ਆ ਪਹੁੰਚ ਗਈ ਹੈ ਜੀ। ਸੋ ਇਹ ਚੰਗਾ ਸ਼ੁਭ ਸੰਕੇਤ ਹੈ। ਕਈ ਵਾਰੀ ਅਜਿਹਾ ਹੋ ਜਾਂਦਾ ਕਿ ਉਹ ਜਿਵੇਂ ਉਸਦੀਆਂ ਵੇਖਦੇ ਆ ਕਿ ਕਿੱਥੇ ਕਿੱਥੇ ਪਹੁੰਚੀ ਤੇ ਇੱਕ ਕਰਵ ਦੇ ਅਧੀਨ ਜਿਹੜਾ ਹੈ ਨਾ ਇੰਡੀਆ ਨੂੰ ਉਹ ਕਵਰ ਕਰਦੇ ਆਉਂਦੀ, ਤੇ ਕਈ ਵਾਰੀ ਇੱਕ ਪਾਸੇ ਦੀ ਕਰਵ ਜਿਹੜੀ ਹੈ ਜ਼ਿਆਦਾ ਉੱਚੀ ਹੋ ਕੇ ਤੇ ਪੰਜਾਬ ਵਿੱਚ ਛੇਤੀ ਪਹੁੰਚ ਜਾਂਦੀ ਹੈ ਜੀ। ਜੇ ਮੌਜੂਦਾ ਰਫ਼ਤਾਰ ਤੇ ਮੌਜੂਦਾ ਉਹਦੀ ਸਥਿਤੀ ਨੂੰ ਨੇੜਿਓਂ ਭਾਂਪ ਕੇ ਵੇਖੀਏ ਤੇ ਇਹ ਕੁਆਇਟ ਪੋਸੀਬਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਜਿਹੜਾ ਹੈ ਮੌਨਸੂਨ ਜਿਹੜੀ ਹੈ ਉਹ ਉੱਤਰੀ ਭਾਰਤ ਦੇ ਕੁਝ ਖੇਤਰਾਂ ਵਿੱਚ ਦਸਤਕ ਦੇ ਸਕਦੀ ਹੈ। ਮਾੜੇ ਮੋਟੇ ਛਰਾਟੇ ਵਗੈਰਾ ਕਿਤੇ ਹੋ ਸਕਦੇ ਨੇ। ਗੜੇਮਾਰੀ ਵੀ ਪਿਛਲੇ ਦਿਨਾਂ 'ਚ ਕਈ ਜਗ੍ਹਾ ਤੇ ਪੰਜਾਬ 'ਚ ਹੋਈ ਹੈ ਫਿਰ, ਪਰ ਗਰਮੀ ਤੇ ਰਹੇਗੀ। ਗਰਮੀ ਤੇ ਚਲੋ ਹੁੰਦੀ ਹੈ, ਇਹ ਤੇ ਪੁਰਾਣਾ ਸਿਸਟਮ ਹੈ। ਪਰ ਜਿਵੇਂ ਕਿਸਾਨਾਂ ਨੇ ਝੋਨਾ ਲਾਉਣਾ ਹੈ, ਹੋਰ ਫਸਲਾਂ ਨੇ, ਹਰ ਜੀਵ ਜੰਤੂ ਤੇ ਬਨਸਪਤੀ ਜਿੰਨੀ ਹੈ ਉਹਨੂੰ ਪਾਣੀ ਦੀ ਲੋੜ ਹੈ। ਨੁਕਸਾਨ ਨਾ ਹੋਵੇ ਤੇ ਸਹਿੰਦਾ ਮੀਂਹ ਪੈਂਦਾ ਰਹੇ ਤੇ ਸਾਡਾ ਕੁਦਰਤੀ ਜਿਹੜਾ ਸਿਸਟਮ ਹੈ ਉਹ ਬਹਾਲ ਹੋਵੇ। ਉਮੀਦ ਹੈ ਕਿ ਨੋਰਮਲ ਮੌਨਸੂਨ ਹੋਵੇਗੀ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਜੇ ਤੱਕ ਜਿਹੜੀ ਭਵਿੱਖਬਾਣੀ ਹੈ ਥੋੜ੍ਹੀ ਬਹੁਤੀ ਵੱਧ ਹੋ ਸਕਦੀ ਹੈ, ਘੱਟ ਨਹੀਂ ਹੁੰਦੀ। ਅਕਸਰ ਅਸੀਂ ਆਸਵਾਨ ਰਹਿੰਦੇ ਹਾਂ ਕਿ ਬਾਰਿਸ਼ ਚੰਗੀ ਹੋ ਜਾਏ ਤੇ ਸਾਡਾ ਜਿਹੜਾ ਕੁਦਰਤੀ ਜਿਹੜਾ ਖੇਤੀ ਵਾਲਾ ਧੰਦਾ ਹੈ, ਖੇਤੀ ਵਾਲੀ ਸਟੇਟ ਹੈ, ਉਹ ਠੀਕ ਠਾਕ ਚੱਲਦੀ ਰਹੇ। ਗੱਲ ਕਰੀਏ ਪ੍ਰੋਗਰਾਮ ਵਿਚਾਰ ਚਰਚਾ ਦੀ, ਇੱਕ ਕਤਲ ਹੋਇਆ ਬੀਤੇ ਦਿਨੀ ਜਿਹਨੇ ਸਾਰੇ ਸਟੇਟ ਦੇ ਸਾਰੇ ਕੰਮਾਂ ਕਾਰਾਂ ਤੋਂ ਵਿਹਲੇ ਕਰਕੇ ਤੇ ਧਿਆਨ ਸਾਰਿਆਂ ਦਾ ਉਸ ਪਾਸੇ ਲਾ ਦਿੱਤਾ। ਉਸ ਦੇ ਨਾਲ ਫਿਰ ਜੁੜਦੀਆਂ ਘਟਨਾਵਾਂ ਗੈਂਗਵਾਰ ਦੀਆਂ ਤੇ ਗੈਂਗਸਟਰਸ ਦੀਆਂ ਚੱਲਣ ਲੱਗ ਗਈਆਂ। ਅਸੀਂ ਕਈ ਵਾਰ ਗੱਲ ਕਰ ਹਟੇ ਹਾਂ ਕਿ ਗੈਂਗਵਾਰ ਤੇ ਗੈਂਗਸਟਰ ਜਿਹੜਾ ਆ ਹਾਲਾਂਕਿ ਵਿਦੇਸ਼ੀ ਸ਼ਬਦ ਨੇ। ਉਸੇ ਕਤਲ ਕੇਸ ਦੇ ਵਿੱਚ ਨਾਮ ਆਇਆ ਲਾਰੈਂਸ ਬਿਸ਼ਨੋਈ ਦਾ, ਤੇ ਜਿਵੇਂ ਉਹਨਾਂ ਦਾ ਨਾਮ ਉਛਲਿਆ ਉਹਨਾਂ ਨੇ NIA ਕੋਰਟ ਵਿੱਚ ਅਪੀਲ ਦਾਇਰ ਕੀਤੀ ਕਿ ਮੈਨੂੰ ਪੰਜਾਬ ਪੁਲਿਸ ਨੂੰ ਨਾ ਸੌਂਪਿਆ ਜਾਵੇ, ਮੈਨੂੰ
ਐਨਕਾਊਂਟਰ ਹੋਣ ਦਾ ਖਤਰਾ ਹੈ ਕਿ ਮੇਰੀ ਪੁਲਿਸ ਜਿਹੜੀ ਆ ਤੇ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਮੈਨੂੰ ਮਾਰ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਬੀਤੇ ਦੇ ਵਿੱਚ ਅਸੀਂ ਕਈ ਅਜਿਹੀਆਂ ਘਟਨਾਵਾਂ ਸੁਣੀਆਂ, ਚਾਹੇ ਉਹ ਪੰਜਾਬ ਪੁਲਿਸ ਨਾਲ ਸੰਬੰਧਿਤ ਸੀ ਜਾਂ ਯੂਪੀ ਪੁਲਿਸ ਨਾਲ ਜਾਂ ਮੁਲਕ ਦੀਆਂ ਹੋਰ ਪੁਲਿਸ ਨਾਲ। ਉਸ ਤੋਂ ਬਾਅਦ ਉਹ NIA ਕੋਰਟ ਨੇ ਖਾਰਜ ਕੀਤੀ, ਉਹ ਦਿੱਲੀ ਹਾਈ ਕੋਰਟ ਚਲੇ ਗਿਆ। ਦਿੱਲੀ ਹਾਈ ਕੋਰਟ ਤੋਂ ਵਾਪਸ ਲਿਆ ਕੇ ਉਹਨਾਂ ਨੇ ਅਪੀਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ। ਤੇ ਹੁਣ ਕੀ ਬਣਿਆ ਜੀ ਉਸ ਅਪੀਲ ਦਾ? ਦੇਖੋ, ਅਪੀਲਾਂ ਉਹਨਾਂ ਨੇ ਕਈ ਕੀਤੀਆਂ ਜੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਅਪੀਲ ਜਿਹੜੀ ਉਹਨਾਂ ਦੀ ਖਾਰਜ ਕਰ ਦਿੱਤੀ ਹੈ ਕਿ ਭਾਈ ਇਹ ਪ੍ਰੀ ਮੈਚੋਰ ਜਾਂ ਤੁਸੀਂ ਇੱਕ ਸਾਡੇ ਕੋਲ ਇੱਕ ਪਟੀਸ਼ਨ ਲੈ ਕੇ ਆ ਗਏ ਹੋ ਜਿਸ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਜੇ ਮੈਨੂੰ ਪੰਜਾਬ ਪੁਲਿਸ ਨੂੰ ਸੌਂਪਿਆ ਗਿਆ ਜੀ। ਪਰ ਸਭ ਤੋਂ ਵੱਧ ਹੈਰਾਨੀ ਦੀ ਗੱਲ ਉਦੋਂ ਹੋਈ ਹੈ ਜੋ ਮੇਰੇ ਕੋਲ ਅਜੇ ਤੱਕ ਜਾਣਕਾਰੀ ਹੈ ਅਜੇ ਤੱਕ ਜੀ। ਦੇਖੋ, SSP ਮਾਨਸਾ ਕੱਲ੍ਹ ਕਹਿ ਰਹੇ ਸੀ ਕਿ ਅਸੀਂ ਉਹਨੂੰ ਲੈ ਕੇ ਆਵਾਂਗੇ ਜੀ, ਪ੍ਰੋਡਕਸ਼ਨ ਵਾਰੰਟ ਤੇ ਲਿਆਉਣਗੇ ਤੇ ਨਾਲ ਦੀ ਨਾਲ ਪ੍ਰੋਡਕਸ਼ਨ ਵਾਰੰਟ ਤੇ ਜੇ ਲਿਆਂਦਾ ਜਾਵੇਗਾ ਫਿਰ ਕਿੱਥੇ ਕਿਸ ਤਰ੍ਹਾਂ ਕਿਵੇਂ ਲਿਆਂਦਾ ਜਾਵੇਗਾ ਇਹ ਤਾਂ ਚਲੋ ਪੁਲਿਸ ਮਹਿਕਮਾ ਜਾਣਦਾ ਜੀ। ਪਰ ਐਡਵੋਕੇਟ ਜਨਰਲ ਨੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜਵਾਬ ਦਾਖਲ ਕੀਤਾ ਉਹ ਥੋੜ੍ਹਾ ਜਿਹਾ ਹੈਰਾਨ ਕਰਨ ਵਾਲਾ। ਉਸ ਵਿੱਚ ਇਹ ਆਖਿਆ ਗਿਆ ਕਿ ਜਿਹੜੀ ਮੁੱਢਲੀ FIR ਹੈ ਉਸ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਨਹੀਂ ਹੈ ਜੀ। ਜੇ ਉਹ ਨਾਮ ਨਹੀਂ ਹੈ ਤਾਂ ਫਿਰ ਲਿਆਂਦਾ ਕਿਹੜੇ ਹਿਸਾਬ ਨਾਲ ਜਾਵੇਗਾ, ਕਿਹੜੇ ਕੇਸ ਦੇ ਆਧਾਰ ਤੇ? ਕੀ ਸੋਸ਼ਲ ਮੀਡੀਆ ਦੀ ਫੇਸਬੁੱਕ ਪੋਸਟ ਦੇ ਆਧਾਰ ਤੇ ਉਹਦੇ ਤੇ ਕੇਸ ਦਾਇਰ ਕੀਤਾ ਜਾ ਰਿਹਾ ਜੀ? ਕਿ ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਹੈ? ਅਜੇ ਤੱਕ ਜੋ ਪੁਲਿਸ ਦੇ ਹੱਥ ਲੱਗਾ ਹੈ ਉਹ ਗੁੰਝਲਦਾਰ ਤੋਂ ਗੁੰਝਲਦਾਰ ਕੰਮ ਹੁੰਦਾ ਜਾ ਰਿਹਾ। ਗੋਲਡੀ ਬਰਾੜ ਬਾਹਰਲੇ ਮੁਲਕ ਵਿੱਚ ਬੈਠਾ ਹੋਇਆ ਜਿਸ ਨੇ ਜ਼ਿੰਮੇਵਾਰੀ ਲਈ ਹੈ, ਸਭ ਤੋਂ ਪਹਿਲਾਂ ਲਈ ਹੈ, ਸਭ ਤੋਂ ਤੇਜ਼ ਲਈ ਹੈ। ਉਸ ਤੋਂ ਬਾਅਦ ਕਈ ਗਰੁੱਪ ਉੱਠ ਖਲੋਏ ਨੇ, ਦੇਖੋ ਅਸੀਂ ਬਦਲਾ ਲਵਾਂਗੇ, ਅਸੀਂ ਆਹ ਕਰਾਂਗੇ ਉਹ ਕਰਾਂਗੇ। ਪਰ ਸਚਿਨ ਬਿਸ਼ਨੋਈ ਨਾਂ ਦਾ ਇੱਕ ਵਿਅਕਤੀ ਜਿਹੜਾ ਉਸਨੇ ਅੱਜ ਇੱਕ ਮੀਡੀਆ ਦੇ ਇੱਕ ਹਵਾਲੇ ਨਾਲ ਉਹਨਾਂ ਦੀ ਗੱਲਬਾਤ ਕਿਸੇ ਨਾਲ ਫੋਨ ਦੇ ਜ਼ਰੀਏ ਹੋਈ ਹੈ ਜਿਸ ਵਿੱਚ ਸਚਿਨ ਬਿਸ਼ਨੋਈ ਇਹ ਕਹਿੰਦਾ ਹੈ ਕਿ ਲਾਰੈਂਸ ਬਿਸ਼ਨੋਈ ਜਿਹੜਾ ਮੇਰਾ ਮਾਮਾ ਹੈ, ਮੈਂ ਉਹਦਾ ਭਾਣਜਾ ਹਾਂ, ਇੱਕੋ ਪਿੰਡ ਦੇ ਅਸੀਂ ਹਾਂ, ਪਤਾ ਨਹੀਂ ਇੱਕੋ ਪਿੰਡ ਦੇ ਜਾਂ ਲਾਗੇ ਏਰੀਏ ਦੇ ਹੋਣਗੇ ਇਹ ਨਹੀਂ ਪਤਾ, ਫਾਜ਼ਿਲਕਾ ਦੇ ਨੇ ਸ਼ਾਇਦ। ਤੇ ਅਸੀਂ ਜਿਹੜਾ ਇਹ ਕੰਮ ਕੀਤਾ ਤੇ ਸਚਿਨ ਬਿਸ਼ਨੋਈ ਇਹ ਕਹਿ ਰਿਹਾ ਸੀ ਕਿ ਮੈਂ ਹੱਥੀਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ, ਮੈਂ ਗੋਲੀਆਂ ਆਪ ਚਲਾਈਆਂ ਨੇ ਜੀ। ਹੁਣ ਇਹ ਸੱਚਾਈ ਪਤਾ ਨਹੀਂ ਕੀ ਹੈ, ਉਹ ਕਾਲ ਕੀ ਹੈ, ਅਥੈਂਟਿਕ ਹੈ ਜਾਂ ਨਹੀਂ ਹੈ, ਸਾਨੂੰ ਇਸ ਬਾਰੇ ਪਤਾ ਨਹੀਂ। ਪੁਲਿਸ ਦੱਸ ਸਕਦੀ ਹੈ ਫੋਰੈਂਸਿਕ ਜਾਂਚ ਦੇ ਵਿੱਚ ਤੇ ਹੋਰ ਤੌਰ ਤਰੀਕਿਆਂ ਨਾਲ ਦੀ ਨਾਲ ਇਹ ਕਹਿੰਦਾ ਹੈ ਕਿ ਇਸ ਸਿੱਧੂ ਮੂਸੇਵਾਲੇ ਤੇ ਸਾਡਾ ਇਲਜ਼ਾਮ ਇਹ ਹੈ ਕਿ ਸਾਡੇ ਸਾਥੀ ਜੋ ਸਾਡਾ ਵੱਡਾ ਭਰਾ ਸੀ ਵਿੱਕੀ ਮਿੱਡੂ ਖੇੜਾ, ਉਸ ਦੇ ਕਤਲ ਵਿੱਚ ਇਸ ਦੇ ਜਿਹੜੇ ਸੀ ਤਾਰ ਜਿਹੜੇ ਸੀ ਨਾਮ ਇਸ ਦਾ ਆਉਂਦਾ ਸੀ ਤੇ ਹੋਰ ਵੀ ਕਈ ਇਸ ਬੰਦੇ ਇਹਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਵੀ ਅਸੀਂ ਛੱਡਣਾ ਨਹੀਂ ਹੈ। ਇਹ ਉਹਦਾ ਕਹਿਣਾ ਹੈ ਸਚਿਨ ਬਿਸ਼ਨੋਈ ਦੀ ਕਥਿਤ ਕਾਲ ਜੀ। ਪਰ ਲਾਰੈਂਸ ਬਿਸ਼ਨੋਈ ਨਾਲ ਅੱਜ ਤੱਕ ਕੀ ਹੋਇਆ ਉਹ ਹੈ ਕਿ ਉਸ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਉਸ ਤੋਂ ਪੁੱਛਗਿੱਛ ਜਾਰੀ ਹੈ ਤੇ ਇਸ ਮਾਮਲੇ ਦੇ ਵਿੱਚ ਵੀ ਉਸ ਤੋਂ ਪੁੱਛਗਿੱਛ ਹੋਈ ਹੈ ਤੇ ਉਹ ਸਹਿਯੋਗ ਨਹੀਂ ਕਰ ਰਿਹਾ ਜਾਂਚ ਏਜੰਸੀਆਂ ਨੂੰ। ਉਸ ਦੇ ਸਾਹਮਣੇ ਬਿਠਾ ਕੇ ਵੱਡੇ ਵੱਡੇ ਅਫਸਰਾਂ ਨੇ ਉਸ ਤੋਂ ਪੁੱਛਗਿੱਛ ਕੀਤੀ ਹੈ। ਉਸਨੇ ਕਿਹਾ ਕਿ ਮੈਨੂੰ ਝੂਠੇ ਕੇਸਾਂ ਦੇ ਵਿੱਚ ਅੱਜ ਤੱਕ ਫਸਾਇਆ ਗਿਆ, ਮੇਰੇ ਕੋਲ ਮੇਰਾ ਕੋਈ ਇਹੋ ਜਿਹਾ ਕੰਮ ਨਹੀਂ ਹੈ। ਦੂਸਰਾ ਇਹ ਹੈ ਕਿ ਸਿਰਫ ਇੱਕ ਪੋਸਟ ਦੇ ਜ਼ਰੀਏ ਜੋ ਸੋਸ਼ਲ ਮੀਡੀਆ 'ਤੇ ਕੀਤੀ ਗਈ ਉਹਦੇ ਆਧਾਰ 'ਤੇ ਮੇਰੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਜਦ ਕਿ ਮੈਂ ਤਿਹਾੜ ਜੇਲ੍ਹ ਦੇ ਵਿੱਚ ਬੈਠਾ ਹੋਇਆ ਤੇ ਮੈਂ ਸੋਸ਼ਲ ਮੀਡੀਆ 'ਤੇ ਪੋਸਟ ਕਿਵੇਂ ਪਾ ਸਕਦਾ? ਹੁਣ ਇਹ ਅਮਰਿਤ ਜੀ ਆਪਣੇ ਆਪ ਦੇ ਵਿੱਚ ਇਸ ਜਿਹੜੀ ਗੱਲ ਹੈ ਨਾ ਜੀ, ਇਹਨੂੰ ਅਸੀਂ ਹੋਰ ਤਰੀਕੇ ਨਾਲ ਵੀ ਥੋੜ੍ਹਾ ਜਿਹਾ ਵੇਖੀਏ ਜੀ। ਤੇ ਤੁਸੀਂ ਕਈ ਫਿਲਮਾਂ ਦੇ ਪੁਰਾਣੀਆਂ ਦੇਖੀਆਂ ਹੋਣਗੀਆਂ, ਉਹਨਾਂ ਦੇ ਵਿੱਚ ਜਦੋਂ ਕਈ ਵਾਰੀ ਵਕੀਲਾਂ ਦੀ ਬਹਿਸ ਵਗੈਰਾ ਤੇ ਹੋਰ ਇਸ ਤਰ੍ਹਾਂ ਦੇ ਕੇਸ, ਫਿਲਮਾਂ ਦੀ ਮੈਂ ਗੱਲ ਕਰ ਰਿਹਾ ਜੀ, ਤੇ ਉਸ ਵਿੱਚ ਇਹ ਦਿਖਾਉਂਦੇ ਹੁੰਦੇ ਸੀ ਕਿ ਦੇਖੋ ਉਹ ਸਾਬਤ ਕਰ ਦੇਣਾ ਵਕੀਲ ਨੇ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ, ਮੇਰੀ ਜੇਬ ਵਿੱਚ ਤੇ ਫਲਾਣੇ ਸਿਨੇਮੇ ਦੀਆਂ ਟਿਕਟਾਂ ਸੀ, ਮੈਂ ਤੇ ਉੱਥੇ ਗਿਆ ਹੋਇਆ ਸੀ ਤੇ ਮੈਂ ਗਵਾਹੀ ਦਿੱਤੀ ਕਿ ਮੈਂ ਫਲਾਣੇ ਥਾਂ ਸੀ, ਜੇ ਉੱਥੇ ਸੀ ਤਾਂ ਫਿਰ ਇੱਥੇ ਕਿਵੇਂ ਸੀ ਜੀ। ਹੁਣ ਲਾਰੈਂਸ ਬਿਸ਼ਨੋਈ ਜਿਹੜੇ ਨੇ ਉਹ ਇਹੋ ਹੀ ਕਹਿ ਰਹੇ ਨੇ ਕਿ ਮੈਂ ਤਾਂ ਜੇਲ੍ਹ ਵਿੱਚ ਬੈਠਾ ਹੋਇਆ ਤੇ ਮੇਰੇ ਕੋਲ ਸੋਸ਼ਲ ਮੀਡੀਆ ਜਾਂ ਜਿਹੜੀ ਸਮਾਰਟ ਡਿਵਾਈਸ ਆ ਜਿਸ ਦੇ ਜ਼ਰੀਏ ਮੈਂ ਸੋਸ਼ਲ ਮੀਡੀਆ ਐਕਸੈਸ ਕਰ ਸਕਦਾ ਉਹ ਤੇ ਮੇਰੇ ਕੋਲ ਹੈ ਹੀ ਨਹੀਂ ਜੀ। ਖੈਰ ਇਹ ਹੁਣ ਸਰਕਾਰ ਜਵਾਬ ਦੇਵੇਗੀ। ਜੇ ਹੁਣ ਦੇਖੋ ਦੋਵੇਂ ਤਰ੍ਹਾਂ ਹੀ ਸਵਾਲ ਉੱਠਦੇ ਨੇ ਜੀ। ਕਹਿੰਦੇ ਨੇ ਕਿ ਹੁਕਮ ਜਿਹੜਾ ਹੈ ਉਸ ਗਰੁੱਪ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਹੀ ਚੱਲਦਾ ਹੈ ਤੇ ਉਸ ਦਾ ਹੁਕਮ ਜਿਹੜਾ ਹੁੰਦਾ ਹੈ ਪੱਥਰ ਤੇ ਲਕੀਰ ਹੁੰਦੀ ਹੈ, ਉਸ ਨੂੰ ਨਾ ਕੋਈ ਮੋੜਦਾ ਤੇ ਨਾ ਕੋਈ ਹੋਰ ਕਰਦਾ। ਗੱਲਾਂ ਜਿਹੜੀਆਂ ਦੋ ਚਾਰ ਸਾਹਮਣੇ ਆਈਆਂ ਉਹ ਇਹ ਹੈ ਕਿ ਸ਼ਾਰਪ ਸ਼ੂਟਰ ਜਿਹੜੇ ਨੇ ਉਹ ਇਸਤੇਮਾਲ ਕੀਤੇ ਜਾਂਦੇ ਨੇ ਤੇ ਸ਼ਾਰਪ ਸ਼ੂਟਰ ਜਿਹੜੇ ਨੇ ਉਹ ਹਰ ਵਾਰੀ ਹਰ ਵਾਰਦਾਤ ਵਾਸਤੇ ਵੱਖਰੇ ਕੀਤੇ ਜਾਂਦੇ ਨੇ ਤਾਂ ਕਿ ਪੁਲਿਸ ਨੂੰ ਗੁੰਝਲਦਾਰੇ ਕੇਸ ਬਣਿਆ ਰਵੇ ਜੀ। ਹੁਣ ਜੇ ਪੁਲਿਸ ਇਹ ਕਹਿੰਦੀ ਹੈ ਕਿ ਇੰਨੇ ਅੰਦਰ ਬੈਠੇ ਨੇ ਕਰਵਾਇਆ ਤੇ ਹੁਕਮ ਦਿੱਤਾ ਹੈ ਜਾਂ ਇੰਨੇ ਕੋਈ ਅਰੇਂਜ ਕੀਤਾ ਹੈ ਤੇ ਫਿਰ ਪੁਲਿਸ ਨੂੰ ਇਹ ਵੀ ਜਵਾਬ ਦੇਣਾ ਪਏਗਾ ਕਿ ਅੰਦਰ ਬੈਠੇ ਕੋਲ ਜਿਹੜਾ ਹੈ ਉਹ ਸੋਸ਼ਲ ਮੀਡੀਆ ਦਾ ਐਕਸੈਸ ਕਿਵੇਂ ਹੋਇਆ ਜੀ, ਜਾਂ ਕੀ ਉਹ ਇਸ ਤਰ੍ਹਾਂ ਅੰਦਰ ਬੈਠਾ ਆਰਡਰ ਦੇ ਸਕਦਾ ਹੈ ਜਾਂ ਉਸ ਨੂੰ ਕਿਸੇ ਨੂੰ ਮਿਲ ਦਿੱਤਾ ਜਾਂਦਾ ਹੈ। ਇਹ ਗੱਲ ਸਾਰੀ ਕਹਾਣੀ ਗੁੰਝਲਦਾਰ ਹੁੰਦੀ ਜਾਪਦੀ ਹੈ ਪਰ ਅਜੇ ਤੱਕ ਜਿੰਨੀ ਗੱਲ ਹੁਣ ਤੱਕ ਸਮਝ ਇਹ ਆਈ ਹੈ ਕਿ ਇਹ ਕੇਸ ਦਿਨ ਬ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇੱਕ ਮੰਨਾ ਨਾਂ ਦਾ ਜੋ ਨੌਜਵਾਨ ਹੈ ਤੇ ਹੋਰ ਕਈ ਨਵੇਂ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਬਦਮਾਸ਼ਾਂ ਦੇ ਨਾਮ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਕਿ ਆਹ ਵੀ ਕੁਛ ਹਨ ਤੇ ਉਹਨਾਂ ਨੂੰ ਫੜਿਆ ਦੜਿਆ ਜਾ ਰਿਹਾ ਹੈ ਤੇ ਕੁਝ ਪਹਿਲਾਂ ਹੀ ਕੁਝ ਛੋਟੇ ਮੋਟੇ ਕੇਸਾਂ ਦੇ ਵਿੱਚ ਅੰਦਰ ਨੇ। ਬਹੁਤ ਸੰਗੀਨ ਕਈਆਂ ਤੇ ਮਾਮਲੇ ਦਰਜ ਨੇ
ਪਰ ਇਹ ਬੇਖੌਫ ਹੋ ਕੇ ਜਿਸ ਤਰ੍ਹਾਂ ਨੈਟਵਰਕ ਚੱਲਿਆ, ਕੋਈ ਇਹਨਾਂ 'ਚੋਂ ਅਰਮੀਨੀਆ ਵਿੱਚ ਬੈਠਾ ਹੈ, ਉੱਥੇ ਦੀ ਜੇਲ੍ਹ ਵਿੱਚ ਹੈ, ਕੋਈ ਕੈਨੇਡਾ ਵਿੱਚ ਹੈ, ਕੋਈ ਆਸਟ੍ਰੇਲੀਆ ਵਿੱਚ ਹੈ, ਬਹੁਤ ਸਾਰੇ ਇੱਕ ਵੱਡੇ ਨੈਟਵਰਕ ਵੱਲ ਇਸ਼ਾਰਾ ਕਰਦਾ ਹੋਇਆ ਸਾਰਾ ਕੁਛ ਇਹ ਕੇਸ ਹੋਰ ਵੀ ਗੁੰਝਲਦਾਰ ਹੁੰਦਾ ਜਾਪ ਰਿਹਾ। ਪਰ ਅਜੇ ਤੱਕ ਇਹ ਜੋ ਪਹਿਲਾਂ ਹੀ ਕੁਝ ਬੰਦੇ ਜਿਹੜੇ ਰਿਮਾਂਡ 'ਤੇ ਲਏ ਹੋਏ ਨੇ ਉਹਨਾਂ ਦੀ ਜਿਹੜੀ ਜਾਂਚ ਜੋਚ ਕੀਤੀ ਜਾ ਰਹੀ ਹੈ, ਉਹਨਾਂ ਵਿੱਚੋਂ ਪੁਲਿਸ ਦੇ ਪਿੜ ਪੱਲੇ ਕੁਝ ਨਹੀਂ ਪਿਆ। ਤੇ ਅੱਜ ਇੰਨੇ ਦਿਨਾਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਸ਼ਾਇਦ ਜੋ ਕੱਲ੍ਹ ਕਹਿ ਰਹੇ ਸੀ ਕਿ ਜਲਦੀ ਅਸੀਂ ਖੁਲਾਸਾ ਕਰਾਂਗੇ, ਕਿ ਸ਼ਾਇਦ ਜਲਦੀ ਇਹ ਖੁਲਾਸਾ ਨਾ ਕੋਈ ਖੁਲਾਸਾ ਕਰ ਸਕੀਏ। ਪਰ ਇੱਕ ਵਿਰੋਧਾਭਾਸੀ ਜਿਹੜੇ ਬਿਆਨ ਆਏ ਨੇ SSP ਮਾਨਸਾ ਦੇ ਕੇ ਅਸੀਂ ਉਹਨੂੰ ਲੈ ਕੇ ਆਵਾਂਗੇ, ਤੇ ਅੱਜ ਵੀ ਕਈ ਜਗ੍ਹਾ 'ਤੇ ਆ ਰਹੇ ਨੇ ਕਿ ਉਹ ਜਲਦੀ ਉਸ ਨੂੰ ਲਿਆਂਦਾ ਜਾਵੇਗਾ ਤੇ ਪੁੱਛ ਪੜਤਾਲ ਕੀਤੀ ਜਾਵੇਗੀ। ਉਹਨੇ ਕਿਹਾ ਸੀ ਕਿ ਵੀਡੀਓ ਦੇ ਜ਼ਰੀਏ ਜੋ ਮੈਨੂੰ ਪੁੱਛਣਾ ਪੁੱਛ ਲਓ ਜੀ। ਪਰ ਗੱਲ ਇਹ ਹੈ ਕਿ ਹੁਣ ਜਦੋਂ ਐਡਵੋਕੇਟ ਜਨਰਲ ਨੇ ਕਹਿ ਦਿੱਤਾ ਕਿ FIR ਦੇ ਵਿੱਚ ਉਸ ਦਾ ਨਾਮ ਨਹੀਂ ਹੈ, ਤਾਂ ਫਿਰ ਕਿਹੜੇ ਬੇਸਿਸ 'ਤੇ ਉਹਨੂੰ ਲਿਆਂਦਾ ਜਾਵੇਗਾ। ਤੇ ਸਰਕਾਰ ਜਦ ਕਿ ਆਪਣੇ ਵੱਲੋਂ ਇਹ ਕਹਿੰਦੀ ਰਹੀ ਹੈ ਕਿ ਅਸੀਂ ਜਲਦ ਤੋਂ ਜਲਦ ਕਿਸੇ ਨਾਲ ਨਤੀਜੇ 'ਤੇ ਪਹੁੰਚਾਂਗੇ। ਜੀ ਬਿਲਕੁਲ, ਤੁਸੀਂ ਠੀਕ ਦੱਸਿਆ ਕਿ ਸਾਰੇ ਕੇਸਸ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਹਾਈ ਕੋਰਟ ਵੱਲ ਜਾਂਦੇ ਨੇ ਜਾਂ ਦਿੱਲੀ ਹਾਈ ਕੋਰਟ ਵੱਲ ਜਾਂਦੇ ਨੇ, ਤੇ ਜੇਕਰ ਉਹਨਾਂ ਦੀ ਸੋਸ਼ਲ ਮੀਡੀਆ ਵਾਲੀ ਗੱਲ ਨੂੰ ਸਾਹਮਣੇ ਰੱਖਿਆ ਜਾਵੇ ਤਦ ਵੀ ਸਰਕਾਰੀ ਤੰਤਰ, ਪੁਲਿਸ ਤੰਤਰ ਤੇ ਜੇਲ੍ਹ ਪ੍ਰਸ਼ਾਸਨ ਤੇ ਗੱਲ ਆਉਂਦੀ ਆ ਕਿ ਇਹ ਸਾਰਾ ਕੁਝ ਕਿਵੇਂ ਚੱਲ ਰਿਹਾ। ਤੇ ਜੇਕਰ ਉਹ ਇਹਨਾਂ ਚੀਜ਼ਾਂ ਨੂੰ ਅਣਡਿੱਠਿਆਂ ਕਰਦੇ ਨੇ, ਸੋਸ਼ਲ ਮੀਡੀਆ ਪੋਸਟ ਨੂੰ ਜਾਂ ਬੀਤੇ ਦੇ ਵਿੱਚ ਹੋਈਆਂ ਘਟਨਾਵਾਂ ਨੂੰ, ਫਿਰ ਇੰਜ ਲੱਗੇਗਾ ਕਿ ਪੁਲਿਸ ਜਿਹੜੀ ਆ ਉਸ ਕੇਸ ਨੂੰ ਕਮਜ਼ੋਰ ਕਰ ਰਹੀ ਹੈ। ਤੇ ਲੱਗਦਾ ਇੰਜ ਹੈ ਕਿ ਪੁਲਿਸ ਇਸ ਕੇਸ ਦੇ ਵਿੱਚ ਹਾਲੇ ਮੁੱਢਲੀ FIR ਦੇ ਵਿੱਚ ਬੇਸ਼ੱਕ ਨਾਮ ਨਹੀਂ ਹੈ, ਪਰ ਜਿੰਨਾ ਵੱਡਾ ਉਹਨਾਂ ਦਾ ਨਾਮ ਇਸ ਕੇਸ ਦੇ ਨਾਲ ਜੁੜਿਆ ਹੈ ਜਾਂ ਇਸ ਤੋਂ ਪਹਿਲਾਂ ਵਾਲੇ ਕੇਸਿਸ ਦੇ ਵਿੱਚ ਵੀ ਜੁੜਿਆ ਹੈ, ਅੱਜ ਇੱਕ ਅਣਪਛਾਤੀ ਜਾਂ ਕਥਿਤ ਕਾਲ ਜਿਹਨੂੰ ਤੁਸੀਂ ਕਿਹਾ ਹੈ ਉਹਦੇ ਸਾਹਮਣੇ ਆਉਣ ਦੇ ਨਾਲ ਵੀ, ਜਾਂ ਫਿਰ ਵੱਖਰੇ ਵੱਖਰੇ ਜਿਹੜੇ ਗੈਂਗ ਨੇ, ਇੱਕ ਗੈਂਗ ਕਹਿੰਦਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਵਾਲਾ ਘਟਨਾਕ੍ਰਮ ਉਹਦੇ ਵਿੱਚ ਸ਼ਾਮਲ ਹੈ, ਦੂਜਾ ਕਹਿੰਦਾ ਹੈ ਕਿ ਇਹਦੇ ਵਿੱਚ ਸ਼ਾਮਿਲ ਨਹੀਂ ਹੈ। ਸੋ ਪੁਲਿਸ ਜੇਕਰ ਉਹ ਚਾਹਵੇ ਤੇ ਉਹਨੂੰ ਪ੍ਰੋਡਕਸ਼ਨ ਫਰੰਟ ਤੇ ਤਾਂ ਲੈ ਕੇ ਆ ਸਕਦੀ ਹੈ, ਜਿਵੇਂ ਉਹਨਾਂ ਨੇ ਜਿਹੜੀ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ, ਇਹ ਤੇ ਆਪਣੇ ਆਪ ਦੇ ਵਿੱਚ ਵੀ ਹਾਸੋਹੀਣੀ ਸੀ। ਜੀ ਬਿਲਕੁਲ, ਇਹ ਗੱਲ ਇਹ ਹੈ ਕਿ ਜੇ ਉਸਨੇ ਇਹ ਕੋਰਟ ਦੇ ਵਿੱਚ ਗੱਲ ਜਾ ਕੇ ਕਹਿੰਦਾ ਹੈ ਜੀ, ਉਹ ਤੇ ਪੁਲਿਸ ਤੰਤਰ ਤੇ ਸਵਾਲ ਖੜਾ ਕਰ ਰਿਹਾ। ਬਿਲਕੁਲ, ਉਹ ਇੱਕ ਸਰਕਾਰੀ ਜਿਹੜਾ ਇੱਕ ਸਿਸਟਮ ਹੈ, ਸਾਡਾ ਕਾਨੂੰਨ ਦੀ ਪ੍ਰਣਾਲੀ ਹੈ, ਉਸ ਨੂੰ ਜਾ ਕੇ ਇਹ ਕਹਿ ਰਿਹਾ ਕਿ ਇੱਕ ਦੂਸਰੀ ਕਾਨੂੰਨ ਦੀ ਪ੍ਰਣਾਲੀ ਤੇ ਮੈਨੂੰ ਯਕੀਨ ਨਹੀਂ। ਬਿਲਕੁਲ, ਇਹ ਤੇ ਫਿਰ ਜਾਂ ਤਾਂ ਕਿਸੇ ਦਾ ਨਾਮ ਲੈ ਕੇ ਕਹਿ ਦਿੰਦਾ ਕਿ ਫਲਾਨਾ ਪੁਲਿਸ ਅਫਸਰ ਦੇ ਹਵਾਲੇ ਨਾਲ ਮੈਨੂੰ ਕੀਤਾ ਜਾਵੇ, ਮੈਨੂੰ ਉਹਦੇ ਤੇ ਯਕੀਨ ਨਹੀਂ ਹੈ ਜੀ, ਜਾਂ ਇਹ ਕਹਿ ਦਿੰਦਾ ਕਿ ਕੋਈ ਹੋਰ, ਜਿਵੇਂ ਇਸ ਤਰ੍ਹਾਂ ਦੇ ਬਹਾਨੇ ਵਗੈਰਾ ਲਾਉਣ ਦੀ ਹੁੰਦੀ ਹੈ ਗੱਲ। ਬਿਲਕੁਲ, ਪਰ ਉਹਨੇ ਜਿਹੜੀ ਇਹ ਗੱਲ ਕਰ ਦਿੱਤੀ, ਮੈਨੂੰ ਮੈਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਵੀ ਗੱਲ ਕੀਤੀ ਸੀ ਜੀ ਕਿ ਮੈਨੂੰ ਲੱਗਦਾ ਨਹੀਂ ਕਿ ਉਹਦੀ ਅਪੀਲ ਨਾ ਮਨਜ਼ੂਰ ਹੋਣੀ ਹੈ, ਪਰ ਅਦਾਲਤ ਨੇ ਨਾਲੇ ਕਿਹਾ ਕਿ ਪ੍ਰੀ ਮੈਚੋਰ ਹੈ, ਤੂੰ ਪਹਿਲਾਂ ਹੀ ਸਾਡੇ ਕੋਲ ਲੈ ਕੇ ਆ ਗਿਆ, ਜਦ ਕਿ ਤੇਰੇ ਕੋਲੋਂ ਤੇ ਤੈਨੂੰ ਅਜੇ ਸਾਡੇ ਕੋਲੋਂ ਮੰਗਿਆ ਹੀ ਨਹੀਂ ਹੈ ਉਹਨਾਂ ਨੇ। ਪਰ ਮੈਨੂੰ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਸੂਨਰ ਔਰ ਲੇਟਰ ਪੰਜਾਬ ਪੁਲਿਸ ਦੇ ਹਵਾਲੇ ਹੋਣਗੇ। ਕੁਲਦੀਪ ਜੀ, ਮੈਨੂੰ ਇਦਾਂ ਲੱਗਦਾ ਕਿ ਉਹ ਸੋਸ਼ਲ ਮੀਡੀਆ ਜ਼ਰੂਰ ਵਰਤਦੇ ਨੇ, ਉਹ ਦੇਖਦੇ ਰਹੇ ਹੋਣੇ ਆ ਕਿ ਪੰਜਾਬ ਪੁਲਿਸ, ਹਰਿਆਣਾ ਪੁਲਿਸ ਤੇ ਦਿੱਲੀ ਪੁਲਿਸ ਆਪਸ ਵਿੱਚ ਕਈ ਵਾਰ ਕਈ ਕੇਸਿਸ ਨੂੰ ਲੈ ਕੇ ਉਲਝਦੀ ਰਹਿੰਦੀ ਹੈ। ਹੋ ਸਕਦਾ ਹਾਈ ਕੋਰਟ ਉਹਨਾਂ ਦੀ ਗੱਲ ਮੰਨ ਲੈਂਦੀ, ਪਰ ਅਜਿਹਾ ਹੋਇਆ ਨਹੀਂ ਜੀ। ਲੈਂਦੇ ਹਾਂ ਇੱਕ ਬ੍ਰੇਕ ਤੇ ਕਰਦੇ ਹਾਂ ਫਿਰ ਅਗਲੀ ਗੱਲਬਾਤ ਜੀ। ਵਾਪਸੀ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਇੱਕ ਬ੍ਰੇਕ ਤੋਂ ਬਾਅਦ। ਕੁਲਦੀਪ ਜੀ, ਇੱਕ ਹੋਰ ਘਟਨਾਕ੍ਰਮ ਇਸੇ ਕੇਸ ਨਾਲ ਸੰਬੰਧਿਤ ਵਾਪਰਿਆ। ਜਿਸ ਦਿਨ ਉਸ ਨੌਜਵਾਨ ਦੀ ਮੌਤ ਹੋਈ, ਕਤਲ ਹੋਇਆ, ਉਸ ਦਿਨ ਪਰਿਵਾਰ ਨੇ ਮੰਗ ਕੀਤੀ ਸੀ ਮਾਣਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ, ਜਿਹੜੀ ਕਿ ਮੰਨ ਲਈ ਗਈ ਸੀ। ਅੱਜ ਜਦੋਂ ਉਹਨਾਂ ਦੇ ਘਰ ਭਾਰਤ ਦੇ ਜਲ ਸੰਸਾਧਨ ਮੰਤਰੀ ਤੇ ਪੰਜਾਬ ਦੇ ਭਾਜਪਾ ਦੇ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਆਉਂਦੇ ਨੇ, ਤੇ ਨਾਲ ਦੀ ਨਾਲ ਕਾਂਗਰਸ ਛੱਡ ਕੇ BJP 'ਚ ਸ਼ਾਮਲ ਹੋਏ ਸੁਨੀਲ ਜਾਖੜ ਤੇ ਕੁਝ ਹੋਰ ਲੀਡਰ ਵੀ ਸੀ, ਅਸ਼ਵਨੀ ਸ਼ਰਮਾ ਪੰਜਾਬ ਦੇ ਪ੍ਰਧਾਨ ਵੀ ਜਿਹੜੇ। ਤੇ ਅੱਜ ਪਰਿਵਾਰ ਨੇ ਇੱਕ ਚਿੱਠੀ ਅਮਿਤ ਸ਼ਾਹ ਲਈ ਲਿਖੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਕੇਸ ਦੀ ਜਾਂਚ ਜਿਹੜੀ ਆ ਉਹ ਕੇਂਦਰੀ ਏਜੰਸੀ ਤੋਂ ਕੀਤੀ ਜਾਵੇ। ਕਿਵੇਂ ਦੇਖਦੇ ਆ ਇਸ ਦੋਨਾਂ ਮੰਗਾਂ ਨੂੰ? ਪਹਿਲੀ ਮੰਨ ਲਈ ਗਈ ਸੀ ਤੇ ਦੂਸਰੀ ਇੱਕ ਨਵੀਂ ਆ। ਇਸ ਦੌਰਾਨ ਪੰਜਾਬ ਸਰਕਾਰ ਨੇ ਸਿੱਟ ਨੂੰ ਹੋਰ ਪਾਵਰਫੁਲ ਕਰਕੇ 5 ਜਾਂ 6 ਮੈਂਬਰੀ ਬਣਾਤਾ ਸੀ, ਜਿਹਦੇ 'ਚ IG, AIG, SSP ਵਰਗੇ ਅਧਿਕਾਰੀ ਜਿਹੜੇ ਉਹਦੇ 'ਚ ਸ਼ਾਮਲ ਕੀਤੇ ਗਏ ਸੀ। ਗੱਲ ਇਹ ਹੈ, ਬਦਕਿਸਮਤੀ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਜੀ ਕਿ ਉਸ ਪਰਿਵਾਰ ਦੇ ਮੰਦਭਾਗੇ ਇਸ ਘਟਨਾਕ੍ਰਮ ਤੋਂ ਬਾਅਦ ਜੀ ਪੈਦਾ ਹੋਏ ਹਾਲਾਤਾਂ ਨੂੰ ਆਪੋ ਆਪਣੇ ਤਰੀਕਿਆਂ ਨਾਲ ਨਜਿੱਠਣ ਦੀ ਸਾਰੇ ਕੋਸ਼ਿਸ਼ ਕਰ ਰਹੇ ਨੇ। ਜੀ, ਨਜਿੱਠਣ ਦੀ ਵੀ, ਤੇ ਉਸ ਤੋਂ ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਲਾਹਾ ਵੀ ਖੱਟਣ ਦੀ ਕੋਸ਼ਿਸ਼ ਹੋ ਰਹੀ ਹੈ। ਗੱਲ ਇਹ ਹੈ
ਜਦੋਂ ਕੋਈ ਚੰਗਾ ਜਾਂ ਮਾੜਾ ਕੰਮ ਹੋ ਜਾਂਦਾ ਹੈ ਤੇ ਕੋਈ ਉਸ ਤੋਂ ਅਗਲੀ ਰਣਨੀਤੀ ਮਾੜੀ ਮੋਟੀ ਉਲੀਕਣੀ ਹੁੰਦੀ ਹੈ, ਜੀ ਮੇਰੇ ਵਰਗਾ ਤੁੱਛ ਤੋਂ ਤੁੱਛ ਬੁੱਧੀ ਵਾਲਾ ਵੀ ਵਿਅਕਤੀ ਉਹਨਾਂ ਨੂੰ ਜਾ ਕੇ ਸਲਾਹ ਦੇਵੇਗਾ ਕਿ ਤੁਸੀਂ ਹੁਣ ਇਸ ਤਰ੍ਹਾਂ ਕਰੋ। ਜੀ ਪਰ ਗੱਲ ਇਸ ਨੂੰ ਸਮਝਣਾ ਪਏਗਾ ਕਿ ਉਹਨਾਂ ਦੀ ਮਾਨਸਿਕ ਹਾਲਤ ਇਸ ਵੇਲੇ ਮਾਪਿਆਂ ਦੀ ਕੀ ਹੈ ਤੇ ਉਹਨਾਂ ਦੇ ਨੇੜਲੇ ਸਹਿਯੋਗੀਆਂ ਦੀ ਕੀ ਹੈ, ਜੀ ਉਹ ਕਿੱਥੋਂ ਲੱਗ ਰਹੇ ਨੇ। ਕੀ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਹੈ ਕਿ ਸਾਡੀ ਜਾਇਦਾਦ ਜਿਹੜੀ ਆ ਉਸਦਾ ਕੀ ਹੋਵੇਗਾ, ਉਸਦਾ ਫਲਾਨੀ ਚੀਜ਼ ਦਾ ਕੀ ਹੋਵੇਗਾ, ਸਾਡਾ ਵਾਰ। ਪਰ ਜਿਹੜਾ ਉਹ ਸਿਰਫ ਅਜੇ ਤੱਕ ਉਹਨਾਂ ਦੇ ਇਮੋਸ਼ਨਸ ਤੇ ਦੁੱਖ ਨੂੰ ਜਿਹੜਾ ਹੈ ਕੈਸ਼ ਕਰਨ ਲਈ ਕੁਝ ਤਾਕਤਾਂ ਜਿਹੜੀਆਂ ਨੇ ਉਹ ਜੁਟੀਆਂ ਹੋਈਆਂ ਨੇ ਤੇ ਪੋਲਿਟਿਕਸ ਰੱਜ ਕੇ ਚਮਕਾਈ ਜਾ ਰਹੀ ਹੈ। ਇੱਕ ਪੁੱਤਰ ਦੀ ਫੂੜੀ ਤੇ ਬੈਠਾ ਹੋਇਆ ਬਾਪ ਤੇ ਉਸਦੀ ਵਿਰਲਾਪ ਕਰਦੀ ਮਾਂ, ਜੀ ਉਸਦੇ ਕੰਨਾਂ ਵਿੱਚ ਜੋ ਕੋਈ ਕੁਝ ਜਾ ਕੇ ਆਖਦਾ ਹੈ ਉਹ ਵਿਚਾਰੇ ਅੱਗੇ ਕਹਿ ਦਿੰਦੇ ਨੇ ਸਾਨੂੰ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ, ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਫਲਾਨਾ ਜ਼ਿੰਮੇਵਾਰ ਹੈ, ਸੁਰੱਖਿਆ ਵਾਪਸ ਲਈ ਹੈ, ਇਹ ਗੈਂਗਸਟਰ ਕਿੱਥੋਂ ਆ ਗਿਆ, ਸਾਡਾ ਸੰਬੰਧ ਨਹੀਂ ਸੀ। ਉਹ ਸਾਰੇ ਸਪਸ਼ਟੀਕਰਨ ਵਿਚਾਰੇ ਦਿੰਦੇ ਫਿਰਦੇ ਨੇ। ਅਜੇ ਸਿਵਾ ਠੰਡਾ ਮਸਾਂ ਹੋਣ ਲੱਗਾ ਕਿ ਉਸ ਨੂੰ ਗੱਲ ਨੂੰ ਫਿਰ ਹੋਰ ਪਾਸੇ ਨੂੰ ਮੋੜ ਦਿੱਤਾ ਜਾਂਦਾ। ਹੁਣ ਜਿਹੜੀ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਗੱਲ ਹੈ, ਜ਼ਾਹਿਰਾ ਤੌਰ ਤੇ ਜਿਨ੍ਹਾਂ ਦਾ ਬੱਚਾ ਚਲੇ ਗਿਆ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਤੇ ਸੋਚਦੀਆਂ ਨਹੀਂ ਹੋਣਗੀਆਂ। ਚਲੋ ਉਹਨਾਂ ਨੇ ਮੰਗ ਰੱਖ ਦਿੱਤੀ, ਕਿਸੇ ਨੇ ਕਿਹਾ ਹੋਵੇਗਾ ਕਿ ਆਹ ਮੰਗ ਰੱਖੋ, ਉਹ ਰੱਖ ਦਿੱਤੀ ਗਈ। ਹੁਣ ਜਦੋਂ ਉਹ ਗਜਿੰਦਰ ਸਿੰਘ ਸ਼ੇਖਾਵਤ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਹੋਰ ਭਾਜਪਾ ਦੇ ਅਹੁਦੇਦਾਰ ਉੱਥੇ ਪਹੁੰਚੇ ਨੇ, ਅੱਜ ਖੈਰ ਬਹੁਤ ਗਏ ਨੇ, ਕੱਲ੍ਹ ਵੀ ਗਏ ਨੇ। ਕੱਲ੍ਹ ਦੇ ਪ੍ਰੋਗਰਾਮ ਵਿੱਚ ਅਸੀਂ ਕਿਹਾ ਸੀ ਕਿ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਕੁਝ ਨੁਮਾਇੰਦੇ ਨਹੀਂ ਗਏ। ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਕੋਈ ਸ਼ਾਇਦ ਇੱਕ ਅੱਧਾ ਗਿਆ ਸੀ, ਉਸ ਤੋਂ ਬਾਅਦ ਬਹੁਤੇ ਗਏ ਨੇ। ਲੋਕਲ MLA ਵੀ ਜਿਹੜੇ ਨੇ 2-3 ਵਾਰੀ ਜਾਏ ਨੇ, ਕੁੰਵਰ ਵਿਜੇ ਪ੍ਰਤਾਪ ਵੀ ਗਏ ਨੇ, ਭਗਵੰਤ ਮਾਨ ਨਾਲ ਫੋਨ ਤੇ ਵੀ ਗੱਲ ਹੋਈ ਹੈ, ਹੋਰ ਕਈ ਅਹੁਦੇਦਾਰ ਗਏ ਨੇ, ਮੰਤਰੀ ਵੀ ਗਏ ਨੇ। ਹੁਣ ਗੱਲ ਇੱਥੇ ਆਉਂਦੀ ਹੈ ਕਿ BJP ਦੇ ਜਦੋਂ ਆਗੂ ਆਉਂਦੇ ਨੇ ਤੇ 1-2 ਦਿਨ ਪਹਿਲਾਂ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਤੇ BJP ਦੇ ਇੱਕ ਆਗੂ ਦੀ ਇੱਕ ਸ਼ਾਰਟ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਜਾਂਦੀ, ਜਿਸ ਵਿੱਚ ਪੁਰਾਣੀ ਵੀਡੀਓ ਜਿਸ ਵਿੱਚ ਉਹ ਮੂਸੇਵਾਲੇ ਨੂੰ ਉਹ ਜਿਹੜਾ ਗੈਂਗਸਟਰ ਤੇ ਉਹਨਾਂ ਨਾਲ ਜੋੜ ਰਹੇ ਨੇ ਤੇ ਭੰਡੀ ਕਰ ਰਹੇ ਨੇ, ਕਿਉਂਕਿ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ ਉਹ। ਜੀ ਚੋਣਾਂ ਤੋਂ ਪਹਿਲਾਂ ਦਾ ਸਾਰਾ ਘਟਨਾਕ੍ਰਮ ਹੈ, ਰਿਕਾਰਡ ਪਏ ਹੋਏ ਨੇ, ਖੰਗਾਲੇ ਜਾ ਰਹੇ ਨੇ, ਵਿਰੋਧੀ ਪਾਰਟੀਆਂ ਕੱਢ ਰਹੀਆਂ ਨੇ, ਕੋਈ ਕਿਸੇ ਤਰੀਕੇ ਨਾਲ ਕੱਢ ਰਿਹਾ, ਕੋਈ ਉਸਦੇ ਸਮਰਥਕ ਪ੍ਰਸ਼ੰਸਕ ਕੱਢ ਰਹੇ ਨੇ। ਜੀ ਪਰ ਪਰਿਵਾਰ ਦੀ ਮੰਗ ਜਿਹੜੀ ਹੈ ਉਹ ਕੌਣ ਕਰਵਾ ਰਿਹਾ ਹੈ? ਪਰਿਵਾਰ ਇਸ ਵੇਲੇ ਦੁਖੀ ਹੈ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਕਰੀਏ, ਕੌਣ ਜ਼ਿੰਮੇਵਾਰ ਹੈ, ਸਾਡੇ ਪੁੱਤ ਨੇ ਕਿਸੇ ਦਾ ਕੀ ਵਿਗਾੜ ਦਿੱਤਾ ਸੀ ਜਿਸ ਕਰਕੇ ਉਹਦੀ ਜਾਨ ਲੈ ਲਈ ਗਈ। ਉਹ ਇਸ ਦੇ ਚਲਦਿਆਂ ਉਹਨਾਂ ਨੇ ਹੁਣ ਅਮਿਤ ਸ਼ਾਹ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਸ਼ੇਖਾਵਤ ਸਾਹਿਬ ਨੂੰ ਫੜਾ ਦਿੱਤੀ ਹੈ ਕਿ ਆਹ ਲਓ ਕਿ ਸਾਡੀ ਚਿੱਠੀ ਜਿਹੜੀ ਅਮਿਤ ਸ਼ਾਹ ਨੂੰ ਦੇ ਦਿਓ। ਤੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਪੂਰੀ ਜਿਹੜਾ ਬਰੀਕੀ ਨਾਲ ਇਸ 'ਤੇ ਗੌਰ ਕਰਕੇ ਤੁਹਾਨੂੰ ਦੱਸਾਂਗੇ ਕਿ ਕੇਂਦਰੀ ਏਜੰਸੀ ਤੋਂ ਜਾਂਚ ਇਸ ਦੀ ਹੋਵੇਗੀ ਕਿ ਨਹੀਂ ਹੋਵੇਗੀ। ਹੁਣ ਕੀ CBI ਨੂੰ ਜਾਂ ਜਿਹੜੀ ਜਾਂਚ ਹੈ ਜਾਂ ਕਿਸੇ ਹੋਰ ਏਜੰਸੀ ਨੂੰ ਦਿੱਤੀ ਜਾਵੇਗੀ, ਜਾਂ ਕੋਈ ਕੇਂਦਰੀ ਟੀਮ ਜਿਹੜੀ ਆ ਉੱਥੋਂ ਸਪੈਸ਼ਲ ਬਣਾ ਦਿੱਤੀ ਜਾਵੇਗੀ, ਉਹਨਾਂ ਨੂੰ ਦੇ ਦਿੱਤੀ ਜਾਵੇਗੀ? ਜੀ ਗੱਲ ਫਿਰ ਉੱਥੇ ਆ ਜਾਂਦੀ ਹੈ। ਅਜੇ 4 ਦਿਨ ਤੇ ਕਾਂਡ ਹੋਏ ਨੇ ਜੀ, ਤੇ 3-4 ਏਜੰਸੀਆਂ ਦੇ ਪਹਿਲੇ ਜਿਹੜੀਆਂ ਕਮੇਟੀਆਂ ਬਣ ਗਈਆਂ, ਕੋਈ SIT ਬਣ ਗਈ ਹੈ ਤੇ ਨਵੀਂ ਹੋਰ ਇੱਕ ਕਮੇਟੀ ਬਣ ਗਈ ਹੈ ਸਿਟਿੰਗ ਜੱਜ ਵਾਲੀ, ਤੇ ਤੀਸਰੀ ਕੋਈ ਕੇਂਦਰ ਸਰਕਾਰ ਬਣਾ ਦੇਵੇਗਾ। ਕਿੰਨੇ ਕੇਸ ਇਸ ਤਰ੍ਹਾਂ ਦੇ ਇਤਿਹਾਸ ਵਿੱਚ ਹੋਏ ਨੇ, ਜਿਸ ਵਿੱਚ 84 ਦਾ ਕਤਲੇਆਮ ਵੀ ਸਾਨੂੰ ਯਾਦ ਆਉਂਦਾ ਹੈ, ਜਿਸ ਵਿੱਚ ਹਜ਼ਾਰਾਂ ਨਿਹੱਥੇ ਨਿਰਦੋਸ਼ ਲੋਕ ਮਾਰੇ ਗਏ ਦੇਸ਼ ਦੀ ਰਾਜਧਾਨੀ ਵਿੱਚ ਤੇ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ। ਪਤਾ ਨਹੀਂ ਕਿੰਨੀਆਂ ਕਮੇਟੀਆਂ ਬਣ ਗਈਆਂ, ਅੱਜ ਤੱਕ ਕੋਈ ਨਿਪਟਾਰਾ ਹੋਇਆ ਨਾ ਉਸਦਾ। ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਨੇ। ਤੁਸੀਂ ਬੇਅਦਬੀ ਕਾਂਡ ਲਾ ਲਓ, ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਲਾ ਲਓ, ਉੱਥੇ ਵੀ ਲੋਕਾਂ ਦੀਆਂ ਜਾਨਾਂ ਗਈਆਂ ਸੀ। ਕਿੰਨੀਆਂ ਸਿੱਟ ਤੇ ਕਿੰਨੀਆਂ ਕਮੇਟੀਆਂ, ਕਿੰਨੇ ਜਾਂਚ ਕਮਿਸ਼ਨ ਬਣ ਗਏ, ਨਤੀਜਾ ਕੀ ਹੁੰਦਾ? ਫਿਰ ਅਸੀਂ ਬਾਰ-ਬਾਰ ਕਹਿ ਦਿੰਦੇ ਹਾਂ ਕਿ ਫਲਾਨੀ ਜਿਹੜੀ ਏਜੰਸੀ ਹੈ ਇਹ ਸਟੇਟ ਦੀ ਸਰਕਾਰ ਦੇ ਪਿੰਜਰੇ ਦਾ ਤੋਤਾ ਹੈ, ਤੇ ਜਿਹੜੀ ਫਲਾਨੀ ਏਜੰਸੀ ਹੈ, ਮੈਂ ਨਾਮ ਨਹੀਂ ਲਵਾਂਗਾ ਕਿਸੇ ਦਾ, ਉਹ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਹੈ। ਹੁਣ ਉਸ ਵਿੱਚ ਕਈ ਕਿਸਮ ਦੀਆਂ ਏਜੰਸੀਆਂ ਜਿਹੜੀਆਂ ਨੇ ਆ ਜਾਂਦੀਆਂ ਨੇ। ਦਿੱਲੀ ਦੇ ਵਿੱਚ ਕਸ਼ਮਕਸ਼ ਚੱਲ ਰਹੀ ਹੈ। ਸਤਿੰਦਰ ਜੈਨ ਜਿਹੜੇ ਨੇ ਉਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਘੇਰਿਆ ਹੋਇਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਉਹਨਾਂ ਦੇ ਆਗੂ ਨੂੰ ਐਨਫੋਰਸਮੈਂਟ ਡਾਇਰੈਕਟਰ ਸੁਖਪਾਲ ਸਿੰਘ ਖਹਿਰਾ ਨੂੰ ਘੇਰਿਆ ਹੋਇਆ ਸੀ। ਇਹ ਇੱਕ ਦੂਸਰੇ ਤੇ ਸ਼ਿਕੰਜਾ ਕੱਸਣ ਲਈ ਏਜੰਸੀਆਂ ਤੋਂ ਕੰਮ ਲੈ ਜਾਂਦੇ ਨੇ। ਕਈ ਵਾਰ ਅਜਿਹਾ ਹੋਇਆ। ਤੇ ਇੱਕ ਹੋਰ ਗੱਲ, ਜਦੋਂ ਏਜੰਸੀਆਂ ਕੋਈ ਜਾਂਚ ਕਰਦੀਆਂ ਨੇ ਲੰਬਾ ਸਮਾਂ, ਉਦੋਂ ਤੱਕ ਬਹੁਤ ਚੀਜ਼ਾਂ ਭੁੱਲ ਭੁਲਾ ਜਾਂਦੀਆਂ ਨੇ, ਕਈ ਗਵਾਹ ਵਿਚਾਰੇ ਜਹਾਨੋਂ ਤੁਰ ਜਾਂਦੇ ਨੇ। ਫਿਰ ਉਹੀ ਗੱਲ ਕਿ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਇਹ ਮਾਪਿਆਂ ਦਾ ਪੁੱਤਰ ਵਾਪਸ ਨਹੀਂ ਆਉਣਾ। ਬਿਹਤਰ ਇਹ ਆ, ਮੇਰੀ ਗੁਜ਼ਾਰਿਸ਼ ਆ ਸਾਰੀਆਂ ਪਾਰਟੀਆਂ ਨੂੰ, ਘੱਟੋ ਘੱਟ ਕਿ ਜਾਂਚ ਹੋ ਲੈਣ ਦਿਓ, ਜਿਸ ਤੋਂ ਵੀ ਕਰਵਾਉਣੀ ਕਰਵਾ ਲਓ, ਪਰ ਮਾਪਿਆਂ ਨੂੰ ਬਾਰ-ਬਾਰ ਕੋਈ ਪੁੱਠੀ ਸਲਾਹ ਨਾ ਦਿਓ। ਤੇ ਜ਼ਿਆਦਾ ਬਿਹਤਰ ਹੋਵੇਗਾ ਉਹਨਾਂ ਦੇ ਦੁੱਖ ਦਰਦ ਨੂੰ ਘਟਾਉਣ ਦਾ ਕਿਸੇ ਤਰੀਕੇ ਯਤਨ ਕੀਤਾ ਜਾਵੇ ਤਾਂ ਇਹ ਜ਼ਿਆਦਾ ਬਿਹਤਰ ਹੋਵੇਗਾ। ਬਿਲਕੁਲ ਤੁਸੀਂ ਠੀਕ ਦੱਸਿਆ ਕਿ ਗੱਲ ਜਦੋਂ ਕਮੇਟੀਆਂ 'ਚ ਆਉਂਦੀ ਆ ਤੇ ਫਿਰ ਸਾਡੇ ਇੱਕ ਸੀਨੀਅਰ ਪੱਤਰਕਾਰ ਕਹਿੰਦੇ ਨੇ ਕਿ ਕਮੇਟੀ ਦਾ ਮਤਲਬ ਹੁੰਦਾ ਕੰਮ ਨੂੰ ਮਿੱਟੀ ਘੱਟੇ 'ਚ ਪਾ ਦੇਣਾ ਤੇ ਤਾਂ ਜੋ ਕੋਈ ਨਤੀਜਾ ਨਾ ਨਿਕਲ ਸਕੇ।
ਤੇ ਉਹ ਦੌਰ ਜਿਹੜਾ ਹੈ ਗੁਜ਼ਰ ਜਾਂਦਾ ਹੈ। ਗੱਲ ਸਿਰਫ ਔਰ ਸਿਰਫ ਇਨਸਾਫ ਦੀ ਰਹਿ ਗਈ ਹੈ। ਬੰਦੇ ਦੀ ਜਾਨ ਕਿਸੇ ਵੀ ਹੀਲੇ ਵਾਪਸ ਨਹੀਂ ਆ ਸਕਦੀ। ਕੁਲਦੀਪ ਜੀ, ਜੇ ਅਗਲੇ ਸਵਾਲ ਦੀ ਜਾਂ ਅਗਲੇ ਵਿਚਾਰ ਦੀ ਗੱਲ ਕਰੀਏ ਤੇ ਭਾਰਤ ਮਹਾਨ ਵਿੱਚ ਵੋਟਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ। ਭਗਵੰਤ ਸਿੰਘ ਮਾਨ ਸੰਗਰੂਰ ਦੀ ਲੋਕ ਸਭਾ ਸੀਟ ਛੱਡ ਕੇ ਵਿਧਾਨ ਸਭਾ ਚਲੇ ਗਏ ਤੇ ਹੁਣ ਉੱਥੇ ਲੋਕ ਸਭਾ ਦੀ ਜਿਹੜੀ ਹੈ ਜਿਮਨੀ ਚੋਣ ਹੋਣੀ ਹੈ। ਉੱਥੇ ਇੱਕ ਉਮੀਦਵਾਰ ਦੀ ਅਨਾਉਂਸਮੈਂਟ ਹੋਈ ਹੈ ਜੀ। ਕੌਣ ਹੈ ਉਹ ਉਮੀਦਵਾਰ ਤੇ ਕਿਹਨਾਂ ਵੱਲੋਂ ਲੜਨਗੇ, ਇਹ ਸਾਰੀ ਕਹਾਣੀ ਹੁਣ ਤੁਸੀਂ ਦੱਸੋ। ਇਹ ਦੇਖੋ ਜੀ, ਸੰਤ ਸਮਾਜ, ਦਮਦਮੀ ਟਕਸਾਲ, ਬੰਦੀ ਸਿੰਘ ਰਿਹਾਈ ਮੋਰਚਾ ਜੀ ਤੇ ਇੱਕ ਦੋ ਜਥੇਬੰਦੀਆਂ ਸ਼ਾਇਦ ਇਸ ਦੇ ਵਿੱਚ ਹੋਰ ਨੇ। ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਾਮ ਵੀ ਸ਼ਾਇਦ ਆ ਰਿਹਾ ਜੀ। ਉਹਨਾਂ ਵੱਲੋਂ ਸਾਂਝੇ ਤੌਰ ਤੇ ਅੱਜ ਬੀਬੀ ਕਮਲਜੀਤ ਕੌਰ, ਜੋ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹੈ ਜੀ, ਉਸ ਦੇ ਘਰ ਜਾ ਕੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਸੰਗਰੂਰ ਲੋਕ ਸਭਾ ਤੋਂ। ਜੀ, ਸੰਗਰੂਰ ਲੋਕ ਸਭਾ ਹੋਣੀ ਹੈ ਚੋਣ, ਬਿਲਕੁਲ। ਔਰ ਉਸ ਦੇ ਵਿੱਚ ਇਸ ਵੇਲੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪੂਰਾ ਜ਼ੋਰ ਲੱਗੇਗਾ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਜੀ। ਸੰਗਰੂਰ ਭਗਵੰਤ ਮਾਨ ਦੇ ਅਸਤੀਫਾ ਦੇਣ ਨਾਲ ਖਾਲੀ ਹੋਈ ਹੈ, ਬਿਲਕੁਲ। ਤੇ ਕਮਲਜੀਤ ਕੌਰ ਰਾਜੋਆਣਾ ਨੇ ਇਹਨਾਂ ਧਾਰਮਿਕ ਪੰਥਕ ਜਥੇਬੰਦੀਆਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਮੈਨੂੰ ਚੋਣ ਲੜਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ, ਪਰ ਮੈਂ ਵੀਰ ਜੀ ਨੂੰ ਇੱਕ ਵਾਰੀ ਪੁੱਛ ਲਵਾਂ। ਮੈਂ ਕੱਲ੍ਹ ਨੂੰ ਉਹਨਾਂ ਨੂੰ ਜੇਲ੍ਹ ਵਿੱਚ ਮਿਲ ਕੇ ਆਵਾਂਗੀ ਤੇ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਮੇਰਾ ਫੈਸਲਾ ਕੀ ਹੈ। ਜੀ। ਹੁਣ ਬਲਵੰਤ ਸਿੰਘ ਰਾਜੋਆਣਾ ਦਾ ਕੀ ਫੈਸਲਾ ਹੋ ਸਕਦਾ ਹੈ? ਜੀ। ਉਹ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਮਿਲੀ ਸੀ ਤੇ ਉਹ ਘਰ ਆਏ ਤੇ ਆਪਣੇ ਪਿਤਾ ਜੀ ਦੇ ਭੋਗ ਤੇ ਉਹਨਾਂ ਨੇ ਭਾਸ਼ਣ ਕੀਤਾ। ਬਿਲਕੁਲ। ਉੱਥੇ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ, ਪੰਜਾਬ ਦਾ ਖਿਆਲ ਰੱਖਣਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਓ। ਜੀ। ਪਿਛਲੀਆਂ ਚੋਣਾਂ ਦੇ ਵਿੱਚ ਵੀ ਅੱਜ ਤੋਂ 5 ਸਾਲ ਪਹਿਲਾਂ ਵੀ ਉਹਨਾਂ ਨੇ ਜੇਲ੍ਹ ਦੇ ਅੰਦਰੋਂ ਹੀ ਇੱਕ ਲੰਬੀ ਚੌੜੀ ਚਿੱਠੀ ਜਿਹੜੀ ਹੈ ਉਹ ਲਿਖੀ ਸੀ ਤੇ ਉਹ ਬਹੁਤੀਆਂ ਅਖਬਾਰਾਂ ਵਿੱਚ ਛਪਵਾ ਦਿੱਤੀ ਗਈ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਉਣ ਦੀ ਗੱਲ ਕੀਤੀ ਗਈ ਸੀ। ਜੀ, ਬਿਲਕੁਲ। ਦੋਨੇ ਵਾਰੀ ਉਹਨਾਂ ਦੀ ਅਪੀਲ ਜਿਹੜੀ ਹੈ ਪੰਜਾਬ ਦੀ ਜਨਤਾ ਨੇ ਕੋਈ ਮੰਨੀ ਨਹੀਂ ਜਾਪਦੀ। ਪਰ ਕੀ ਇਮੋਸ਼ਨਸ ਨੂੰ ਦੇਖਦੇ ਹੋਏ, ਭਾਵਨਾਵਾਂ ਨੂੰ ਦੇਖਦੇ ਹੋਏ ਤੇ ਕੀ ਇੱਕ ਵੱਖਰੇ ਐਂਗਲ ਤੋਂ ਉਹਨਾਂ ਦੀ ਭੈਣ ਨੂੰ ਜਿਹੜਾ ਹੈ ਬਣਾ ਕੇ ਉਮੀਦਵਾਰ ਸੰਗਰੂਰ ਤੋਂ ਕੀ ਉਹਨਾਂ ਨੂੰ ਜਿਤਾਉਣ ਦੀ ਕਿਸੇ ਨੂੰ ਉਮੀਦ ਹੈ? ਨਾਲ ਦੀ ਨਾਲ ਇਹ ਜਿਹੜੇ ਜਥੇਬੰਦੀਆਂ ਗਈਆਂ ਨੇ, ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਵੀ ਬੇਨਤੀ ਕਰਾਂਗੇ ਜੀ ਕਿ ਉਹ ਆਪ ਨਾ ਖੜੇ ਹੋਣ ਤੇ ਇਹਨਾਂ ਦੀ ਬੀਬੀ ਦੀ ਮਦਦ ਕਰਨ। ਭਗਵੰਤ ਮਾਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਬੀਬੀ ਕਮਲਜੀਤ ਕੌਰ ਦੀ ਹਮਾਇਤ ਕਰਨ। ਜੀ। ਹੁਣ ਇਸ ਦੇ ਵਿੱਚ ਅਜੇ ਦੋ ਪਹਿਲੂ ਜਿਹੜੇ ਨੇ, ਦੋ ਤਿੰਨ ਪਹਿਲੂ ਉਹ ਕਲੀਅਰ ਹੋਣਗੇ। ਜੀ। ਇੱਕ ਤੇ ਇਹ ਕਿ ਕੀ ਰਾਜੋਆਣਾ ਜੇ ਅੰਦਰ ਆਪਣੀ ਭੈਣ ਨੂੰ ਆਪਣੀ ਹਰੀ ਝੰਡੀ ਦੇ ਦਿੰਦੇ ਨੇ, ਉਹਨਾਂ ਨੂੰ ਆਖ ਦਿੰਦੇ ਨੇ ਕਿ ਤੁਸੀਂ ਜੀ ਇਲੈਕਸ਼ਨ ਲੜੋ ਇਹਨਾਂ ਦੇ ਕਹੇ ਤੇ, ਜਿਹੜੇ ਜਥੇਬੰਦੀਆਂ ਨੇ ਤੁਹਾਨੂੰ ਕਿਹਾ ਹੈ ਕਿ ਤੁਸੀਂ ਖੜੇ ਹੋ ਜਾਓ, ਤੇ ਫਿਰ ਜਿਹੜੀ ਅਕਾਲੀ ਦਲ ਨਾਲ ਉਹਨਾਂ ਦੀ ਸਾਂਝ ਹੈ ਉਸ ਦਾ ਕੀ ਬਣੇਗਾ? ਜੀ। ਕਿਉਂਕਿ ਪਿਛਲੀਆਂ ਦੋ ਚੋਣਾਂ ਦੇ ਵਿੱਚ ਉਹਨਾਂ ਨੇ ਠੋਕ ਕੇ ਅਕਾਲੀ ਦਲ ਦੀ ਹਮਾਇਤ ਕੀਤੀ ਹੈ। ਤੇ ਜੇ ਉਹ ਨਾ ਕਰ ਦਿੰਦੇ ਨੇ ਤੇ ਕੀ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਬੀਬੀ ਕਮਲਜੀਤ ਕੌਰ ਨੂੰ ਕੈਂਡੀਡੇਟ ਬਣਾਉਣਗੇ? ਜੀ। ਕੀ ਸਿਮਰਨਜੀਤ ਸਿੰਘ ਮਾਨ ਫਿਰ ਰਾਜੋਆਣਾ ਦੀ ਸਿਸਟਰ ਨੂੰ ਜਿਹੜਾ ਚੈਲੰਜ ਕਰਨਗੇ ਜਾਂ ਕੋਈ ਹੋਰ ਉਮੀਦਵਾਰ ਜਾਂ ਕੋਈ ਪਾਰਟੀ ਖੜਾ ਕਰੇਗੀ? ਇਸ ਮਾਮਲੇ ਤੇ ਇਹ ਛਛੋ-ਪੰਜ ਹੁਣ ਬਣੇਗਾ ਤੇ ਨਾਲ ਇੱਕ ਦਿਲਚਸਪ ਸਥਿਤੀ ਵੀ ਸਾਹਮਣੇ ਆ ਰਹੀ ਹੈ। ਜੀ। ਮੈਂ ਸਮਝਦਾ ਕਿ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਸ ਤਰ੍ਹਾਂ ਦੀਆਂ ਗੱਲਾਂ ਅੱਜ ਤੱਕ ਕੀਤੀਆਂ ਗਈਆਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵੀ ਤੇ ਪਹਿਲਾਂ ਵੀ, ਜੀ, ਉਹ ਤਿਆਰੀ ਵਿੱਚ ਜਾਪ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਆਪਣਾ ਇਸ ਸੰਗਰੂਰ ਲੋਕ ਸਭਾ ਦੇ ਵਿੱਚ ਪੂਰਾ ਜ਼ੋਰ ਲਾਉਣ ਦੀ ਉਮੀਦ ਹੈ। ਇਹ ਹੁਣ ਨਵਾਂ ਇੱਕ ਇਸ਼ੂ ਜਿਹੜਾ ਹੋਇਆ, ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਖੜੇ ਕਰਕੇ ਜਿਹੜਾ ਇਹ ਉਹ ਇੱਕ ਮੁੱਦਾ ਉੱਠਿਆ ਸੀ, ਪਰ ਉਦੋਂ ਫਿਰ ਉਹ ਜਿੱਤ ਨਹੀਂ ਸੀ ਸਕੇ, ਹਾਲਾਂਕਿ ਵੋਟਾਂ ਕਾਫੀ ਲੈ ਗਏ ਸੀ। ਪਰ ਇੱਥੇ ਵੀ ਸਥਿਤੀ ਜਿਹੜੀ ਹੈ ਦਿਲਚਸਪ ਬਣ ਰਹੀ ਹੈ। ਬਲਵੰਤ ਸਿੰਘ ਰਾਜੋਆਣਾ ਦਾ ਜਵਾਬ ਜਿਹੜਾ ਹੋਪਫੁਲੀ ਕੱਲ੍ਹ ਤੱਕ ਆ ਜਾਵੇਗਾ, ਫਿਰ ਉਸ ਨੂੰ ਕੌਣ ਮੰਨੇਗਾ? ਪਰ ਮੈਨੂੰ ਇੱਕ ਚੀਜ਼ ਮੈਂ ਸਪਸ਼ਟ ਤੌਰ ਤੇ ਕਹਿ ਸਕਦਾ ਕਿ ਸੰਗਰੂਰ ਲੋਕ ਸਭਾ ਜਿਹੜੀ ਹੈ ਉਹ ਚੋਣ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਔਰ ਘੱਲੂਘਾਰਾ ਦਿਵਸ ਵੀ ਚੱਲ ਰਿਹਾ, ਹਫ਼ਤਾ ਚੱਲ ਰਿਹਾ, ਔਰ ਸਿੱਖ ਸਿਆਸਤ, ਸਿੱਖ ਮੁੱਦੇ ਤੇ ਇਹਨਾਂ ਇਸ਼ੂਜ਼ ਦੇ ਉੱਤੇ ਲੜੀ ਜਾ ਸਕਦੀ ਹੈ। ਜੀ। ਕੀ ਇਹ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਵੋਟਾਂ ਹੋਣੀਆਂ ਨੇ? ਇਹ ਦੇਖਣਾ ਪਏਗਾ। ਪਰ ਮੈਨੂੰ ਲੱਗਦਾ ਹੈ ਕਿ ਹੁਣ ਇਹ ਮੁੱਦੇ ਜਿਹੜੇ ਨੇ ਇਹ ਲੋਕਾਂ ਦੇ ਸਾਹਮਣੇ ਕਾਫੀ ਸਾਰੇ ਨਿਕਲ ਕੇ ਸਾਹਮਣੇ ਆਉਣਗੇ ਤੇ ਇਮੋਸ਼ਨਸ ਤੇ ਹੋਰ ਚੀਜ਼ਾਂ, ਜਿਵੇਂ ਕਿ ਸਾਡੀਆਂ ਪਿਛਲੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ 'ਚ ਵੀ ਵੇਖਿਆ ਗਿਆ
ਕਿ ਭਾਵੁਕ ਹੋ ਕੇ ਲੋਕ ਜਿਹੜੀ ਵੋਟ ਪਾਉਂਦੇ ਨੇ, ਫਿਰ ਉਸ ਦਾ ਮੁਕਾਬਲਾ ਕੋਈ ਨਹੀਂ ਕਰਦਾ, ਫਿਰ ਕੈਂਡੀਡੇਟ ਨੂੰ ਭਾਵੇਂ ਕੋਈ ਜਾਣਦਾ ਹੋਵੇ ਚਾਹੇ ਨਾ ਜਾਣਦਾ ਹੋਵੇ। ਬੰਦੀ ਸਿੰਘਾਂ ਨੂੰ ਲੈ ਕੇ ਪਿੱਛੇ ਜਿਹੇ ਇੱਕ ਅੰਮ੍ਰਿਤਸਰ ਦੇ ਵਿੱਚ ਇਕੱਠ ਹੋਇਆ, ਉੱਥੇ ਸਾਰੀਆਂ ਹੀ ਸਿੱਖ ਸਿਆਸੀ ਧਿਰਾਂ ਜਿਹੜੀਆਂ ਇਕੱਠੀਆਂ ਸੀ ਤੇ ਉਦੋਂ ਲੱਗਦਾ ਸੀਗਾ ਕਿ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਉਹ ਸਿੱਖ ਮੁੱਦਿਆਂ, ਪੰਥਕ ਮੁੱਦਿਆਂ ਤੇ ਨਾਲ ਦੀ ਨਾਲ ਜਿਹੜੀ ਆਉਣ ਵਾਲੀਆਂ ਚੋਣਾਂ ਆ ਉਹਨਾਂ ਦੇ ਵਿੱਚ ਵੀ ਮਲਟੀ ਡਾਇਮੈਂਸ਼ਨਲ ਐਂਗਲ ਜਿਹੜੇ ਆਉਣ ਵਾਲੇ ਦਿਨਾਂ 'ਚ ਦਿਖਣਗੇ, ਜਿਹੜੇ ਕਿ ਦਿਖਣੇ ਸ਼ੁਰੂ ਹੋ ਗਏ ਨੇ। ਬਾਕੀ ਸਾਰੀ ਗੱਲ ਤੁਸੀਂ ਦੱਸ ਦਿੱਤੀ ਆ ਕਿ ਸਿਮਰਨਜੀਤ ਸਿੰਘ ਮਾਨ ਕਿਸ ਪਾਸੇ ਬੈਠਣਗੇ, ਤੇ ਅਸੀਂ ਹੁਣ ਇੱਕ ਬ੍ਰੇਕ ਲਈਏ ਤੇ ਫਿਰ ਅਗਲੀ ਗੱਲ ਕਰਦੇ ਹਾਂ ਜੀ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ। ਹੀਰ ਸਾਹਿਬ, ਅਸੀਂ ਕਾਫੀ ਗੱਲਾਂ ਕਰ ਲਈਆਂ ਸਿਆਸਤ ਦੀਆਂ, ਤੇ ਜਦੋਂ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਜਿਹੜੇ ਹਸਪਤਾਲ ਨੇ ਉਹਨਾਂ ਦੀ ਗਿਣਤੀ ਤੇ ਬਹੁਤ ਆ, ਪਰ ਉਹਨਾਂ ਦੀ ਜਿਹੜੀ ਗੁਣਵੱਤਾ ਆ ਉਹਦੇ ਹਾਲ ਬੜੇ ਮਾੜੇ ਨਜ਼ਰ ਆਉਂਦੇ ਨੇ। ਇਹੋ ਹਾਲ ਹੁੰਦਾ ਹੈ ਜਦੋਂ ਮੈਡੀਕਲ ਦੀ ਪੜ੍ਹਾਈ ਕਰਨ ਲਈ ਵਿਦਿਆਰਥੀ MBBS ਵਾਲੀ ਡਿਗਰੀ ਕਰਨ ਲਈ ਲੱਭਦੇ ਨੇ ਹਸਪਤਾਲ, ਤੇ ਉਹਨਾਂ ਦੀ ਗਿਣਤੀ, ਹਸਪੀਟਲ ਤੇ ਸਕੂਲ ਜਿਹੜੇ ਕਾਲਜ ਨੇ ਉਹਨਾਂ ਦੀ ਗਿਣਤੀ ਵੀ ਘੱਟ ਨਜ਼ਰ ਆਉਂਦੀ ਆ, ਉੱਥੇ ਸੀਟਾਂ ਵੀ ਘੱਟ ਨਜ਼ਰ ਆਉਂਦੀਆਂ ਨੇ। ਤੇ ਪੰਜਾਬ ਸਰਕਾਰ ਨੇ ਇੱਕ ਉੱਦਮ ਕਰਕੇ ਜਲੰਧਰ ਦੇ ਵਿੱਚ ਮੈਡੀਕਲ ਕਾਲਜ ਉਸਾਰਿਆ ਸੀ, ਤੇ ਉਹਦੇ ਹਾਲਾਤਾਂ ਬਾਰੇ ਮੁੱਖ ਮੰਤਰੀ ਸਾਹਿਬ ਕੁਝ ਹੋਰ ਕਹਿ ਰਹੇ ਨੇ। ਕਿੱਥੇ ਪਹੁੰਚੀ ਹੈ ਜੀ ਇਹ ਕਹਾਣੀ, ਤੇ ਕੀ ਹੈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਹਾਲ? PIMS ਸ਼ਾਰਟ ਫਾਰਮ ਦੇ ਵਿੱਚ ਅਸੀਂ ਕਹਿ ਦਿੰਦੇ ਆ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ। ਜੀ ਬਿਲਕੁਲ। ਜਲੰਧਰ ਸ਼ਹਿਰ ਦੇ ਵਿੱਚੋਂ ਵਿਚਕਾਰ ਇੱਕ ਪਿੰਡ ਹੁੰਦਾ ਸੀ, ਕਦੇ ਗੜਾ ਪਿੰਡ ਉਸ ਨੂੰ ਆਖਦੇ ਸੀ ਜੀ, ਤੇ ਉਸ ਤੇ ਇੱਕ ਬੜੀ ਪ੍ਰਾਈਮ ਲੋਕੇਸ਼ਨ ਤੇ ਗੰਨਾ ਰਿਸਰਚ ਕੇਂਦਰ ਸੀ ਜੀ, ਗੰਨਾ ਖੋਜ ਕੇਂਦਰ ਸੀ, ਜੋ ਜ਼ਾਹਿਰਾ ਤੌਰ ਤੇ ਖੇਤੀਬਾੜੀ ਡਿਪਾਰਟਮੈਂਟ ਲਈ ਸੀ ਜੀ। ਸ਼ਹਿਰ ਦੀ ਉਸਾਰੀ ਤੇਜ਼ੀ ਨਾਲ ਵਧੀ ਤੇ ਗੰਨਾ ਖੋਜ ਕੇਂਦਰ ਦੀ ਲੋੜ ਨਾ ਸਮਝੀ ਸਰਕਾਰ ਨੇ, ਤੇ ਇਹ ਸਮਝ ਲਿਆ ਕਿ ਇੱਥੇ ਹੁਣ ਮੈਡੀਕਲ ਕਾਲਜ ਬਣਾਇਆ ਜਾਵੇ। 2009 ਦੇ ਆਸ-ਪਾਸ ਇਸ ਦੀ ਸ਼ੁਰੂਆਤ ਕਰਨ ਦੀ ਕੋਈ ਜਾਂ ਉਸ ਤੋਂ ਪਹਿਲਾਂ ਥੋੜਾ ਬਹੁਤਾ ਇਸ ਦੀ ਚਾਰਾਜੋਈ ਸ਼ੁਰੂ ਹੋਈ ਜੀ, ਤੇ ਉਸ ਦਾ ਨਾਮ ਰੱਖ ਦਿੱਤਾ ਗਿਆ ਸ਼ਹੀਦ ਬੇਅੰਤ ਸਿੰਘ ਮੈਡੀਕਲ ਕਾਲਜ ਜੀ। ਹੁਣ ਮੈਡੀਕਲ ਕਾਲਜ ਦੇ ਨਾਲ ਹਸਪਤਾਲ ਵੀ ਹੁੰਦਾ ਹੈ, ਮੈਡੀਕਲ ਫੈਸਿਲਿਟੀਜ਼ ਤੇ ਸਭ ਕੁਝ ਹੁੰਦਾ ਹੈ, ਜਿਵੇਂ ਕਿ ਸਾਡਾ PGI ਵੀ ਆ। ਬਿਲਕੁਲ। ਹੁਣ 2013 ਦੇ ਵਿੱਚ ਇਸ ਦਾ ਪਹਿਲਾ ਰੌਲਾ ਪੈਣਾ ਸ਼ੁਰੂ ਹੋਇਆ। ਉਹ ਰੌਲਾ ਕੀ ਸੀ ਜੀ ਕਿ ਇੱਥੇ ਦੇ ਡਾਕਟਰਾਂ ਨੇ ਤੇ ਹੋਰ ਸਟਾਫ ਮੈਂਬਰਾਂ ਨੇ, ਪ੍ਰੋਫੈਸਰਾਂ ਨੇ ਕਹਿ ਦਿੱਤਾ ਕਿ ਸਾਨੂੰ 4 ਮਹੀਨਿਆਂ ਤੋਂ ਤਨਖਾਹ ਹੀ ਨਹੀਂ ਮਿਲੀ ਜੀ। ਰੌਲਾ ਰੌਲਾ ਪਿਆ, ਕੀ ਹੋ ਗਿਆ? ਬਹੁਤ ਦਿਨ ਉੱਥੇ ਹੜਤਾਲ ਵਰਗੇ ਹਾਲਾਤ ਬਣੇ ਰਹੇ 2013 ਵਿੱਚ। ਫਿਰ ਉਹਨਾਂ ਨੂੰ ਪੋਸਟ ਡੇਟਡ ਚੈੱਕ ਫੜਾਏ ਗਏ, ਜਦ ਕਿ ਤਨਖਾਹ ਖਾਤਿਆਂ ਵਿੱਚ ਆਉਂਦੀ ਸੀ। ਫਿਰ ਉਹ ਚੈੱਕ ਉਹਨਾਂ ਨੂੰ ਇੰਸ਼ੋਰੈਂਸ ਦੇ ਤੌਰ ਤੇ ਦਿੱਤੇ ਗਏ। ਫਿਰ ਹੌਲੀ ਮਸਲਾ ਜਿਹੜਾ ਸੀ ਉਹ ਸੁਲਝਿਆ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਿੱਚ ਖਾਸ ਇੰਟਰਸਟ ਦਿਖਾਇਆ ਤੇ ਇਸ ਨੂੰ 99 ਸਾਲ ਦੀ ਲੀਜ਼ ਤੇ ਪਟੇ ਤੇ ਇੱਕ ਸੁਸਾਇਟੀ ਨੂੰ ਦੇ ਦਿੱਤਾ ਜੀ, ਜੋ ਸੁਸਾਇਟੀ ਇਸ PIMS ਹਸਪਤਾਲ ਤੇ ਕਾਲਜ ਨੂੰ ਜਾਂ ਇੰਸਟੀਚਿਊਟ ਨੂੰ ਚਲਾਉਂਦੀ ਹੈ ਜੀ। ਉਸ ਸੁਸਾਇਟੀ ਦੇ ਪ੍ਰਧਾਨ ਕੌਣ ਸਨ? ਸਾਬਕਾ ਅਕਾਲੀ ਮੰਤਰੀ ਤੇ ਉਹਨਾਂ ਦੇ ਬੜੇ ਖਾਸਮ ਖਾਸ ਪ੍ਰਕਾਸ਼ ਸਿੰਘ ਬਾਦਲ ਦੇ, ਜਿਹੜੇ ਕਹਿੰਦੇ ਸੀ ਕਿ ਪੰਜਾਬ ਦਾ ਮੁਕਾਬਲਾ ਹੁਣ ਇੰਡੀਆ ਦੀਆਂ ਦੂਸਰੀਆਂ ਸਟੇਟਾਂ ਨਾਲ ਨਹੀਂ ਹੈ ਜੀ, ਇਹਦਾ ਮੁਕਾਬਲਾ ਤੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਹੈ। ਅਸੀਂ ਤੇ ਬਹੁਤ ਅੱਗੇ ਲੰਘ ਗਏ ਹਾਂ। ਸਾਧ ਸੁਰਜੀਤ ਸਿੰਘ ਰੱਖੜਾ ਜੀ, ਉਹਨਾਂ ਨੂੰ ਉਸ ਸੁਸਾਇਟੀ ਦੇ ਪ੍ਰਧਾਨ ਥਾਪਿਆ ਗਿਆ ਤੇ ਇਹ ਆਖਿਆ ਜਾਂਦਾ ਸੀ ਉਦੋਂ ਆਮ ਅਕਸਰ ਕਿ ਸੁਸਾਇਟੀ ਦੇ ਤਾਂ ਸਿਰਫ ਨਾਮ ਹੈ, ਪਰ ਇਸ ਦੀ ਅਸਲ ਓਨਰਸ਼ਿਪ ਜਿਹੜੀ PIMS ਦੀ ਹੈ ਉਹ ਸੁਰਜੀਤ ਸਿੰਘ ਰੱਖੜਾ ਦੇ ਕੋਲ ਹੈ। ਉਹ ਅਲੋਨ ਜਿਹੜੇ ਨੇ, ਵਨ ਐਂਡ ਆਲ ਨੇ, ਜਿਹੜਾ ਮਰਜ਼ੀ ਫੈਸਲਾ ਲੈ ਸਕਦੇ ਨੇ, ਜਿਹਨੂੰ ਮਰਜ਼ੀ ਰੱਖ ਸਕਦੇ ਨੇ ਤੇ ਜਿਹਨੂੰ ਮਰਜ਼ੀ ਕੱਢ ਸਕਦੇ ਨੇ, ਫੰਡਸ ਵਗੈਰਾ ਵਰਤ ਸਕਦੇ ਨੇ ਜੀ। ਸਰਕਾਰ ਵੱਲੋਂ ਲੀਜ਼ ਤੇ ਦਿੱਤਾ ਗਿਆ। ਜ਼ਾਹਿਰਾ ਤੌਰ ਤੇ ਸਰਕਾਰ ਨੂੰ ਲੀਜ਼ ਦੀ ਪੇਮੈਂਟ ਵੀ ਪੂਰੀ ਨਹੀਂ ਦਿੱਤੀ ਜਾ ਰਹੀ ਸੀ। ਜੇ ਤਨਖਾਹਾਂ ਨਹੀਂ ਸੀ ਦਿੱਤੀਆਂ ਜਾ ਰਹੀਆਂ ਜੀ, ਲੀਜ਼ ਦੀ ਪੇਮੈਂਟ ਕਿੱਥੋਂ ਹੋਣੀ ਸੀ ਜੀ? ਅੱਜ ਜਦੋਂ ਅਸੀਂ ਰੌਲਾ ਪਾ ਰਹੇ ਹਾਂ, ਯੂਕਰੇਨ ਦੀ ਜੰਗ ਸ਼ੁਰੂ ਹੋਈ ਹੈ ਤੇ ਅਸੀਂ ਰੌਲਾ ਪਾਇਆ ਕਿ ਇਹ ਕਿਉਂ ਜਾਂਦੇ ਨੇ, ਸਾਡੇ ਲੀਡਰ ਵੀ ਬੋਲੇ ਕਈ, ਇਹ ਜਿਹੜੇ ਉੱਥੇ ਜਾਂਦੇ ਨੇ ਕੀ ਲੋੜ ਹੈ, ਸਾਡੇ ਦੇਸ਼ ਵਿੱਚ ਕਿਉਂ ਨਹੀਂ ਪੜ੍ਹਾਈ ਕਰਦੇ, ਜਿਹੜੇ ਮਾੜੇ ਸਟੂਡੈਂਟ ਹੁੰਦੇ ਨੇ ਉੱਥੇ ਜਾਂਦੇ ਨੇ, ਇੱਥੇ ਆ ਕੇ ਇਹ ਉਹਨਾਂ ਦੇ ਸਾਡੇ ਸਟੂਡੈਂਟਸ ਦੇ ਬਰਾਬਰ ਨਹੀਂ। ਚਲੋ ਤੁਹਾਡੇ ਇੰਸਟੀਚਿਊਟ ਭਾਈ ਵਧੀਆ ਹੋਣਗੇ, ਪਰ ਕਰਤੂਤਾਂ ਕੀ ਨੇ ਜੀ? ਜੇ ਇਹੋ ਹੀ ਹਾਲ ਰਹਿਣਾ, ਜੇ ਪੰਜਾਬ ਦੀ ਅਸੀਂ ਗੱਲ ਕਰੀ ਤੇ ਪੰਜਾਬ ਨੂੰ ਇਹਨਾਂ ਮੈਡੀਕਲ ਇੰਸਟੀਚਿਊਟਸ ਤੇ ਹੋਰ ਜਿਹੜੇ ਇੰਜੀਨੀਅਰਿੰਗ ਇੰਸਟੀਚਿਊਟਸ ਜਿਹੜੇ ਸਰਕਾਰ ਦੇ ਅਧੀਨ ਸਨ, ਉਹਨਾਂ ਦਾ ਬਣਿਆ ਕੀ ਹੈ ਜੀ? ਕੱਖੋਂ ਹੌਲੇ ਹੋ ਗਏ ਸਾਰੇ। ਪਰ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੀ ਹੁਣ ਲੱਗਦਾ ਹੈ ਕਿ ਇਹਦੇ ਭਾਗ ਖੁੱਲ੍ਹ ਸਕਦੇ ਨੇ ਜੀ। ਉਹ ਇਸ ਕਰਕੇ ਕਿ ਜਿਹੜੀ ਉਹ ਸੁਸਾਇਟੀ ਬਣਾਈ ਗਈ ਹੈ, ਭਾਵੇਂ ਉਹਦੇ ਹੈੱਡ ਸੁਰਜੀਤ ਸਿੰਘ ਰੱਖੜਾ ਤੇ ਕੋਈ ਜਾਂ ਕੋਈ ਹੋਰ ਹੋਵੇਗਾ ਜਾਂ ਪਤਾ ਨਹੀਂ ਹੁਣ ਕੌਣ ਹੈ, ਤੇ ਪਰ ਉਸ ਦਾ ਅਸਲੀ ਜਿਹੜਾ ਕੰਟਰੋਲਰ ਹੈ ਪੰਜਾਬ ਦਾ ਚੀਫ ਮਿਨਿਸਟਰ ਹੀ ਹੁੰਦਾ ਜੀ।
ਉਹ ਚੀਫ ਮਿਨਿਸਟਰ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਹਨਾਂ ਨੇ ਕਹਿੰਦੇ ਸੀ ਕਿ ਇੱਕ ਸਮੇਂ ਤੇ ਆ ਕੇ ਇੱਥੇ ਐਕਸਪੈਂਡ ਕਰਨ ਦੇ ਮਨਸ਼ੇ ਦੇ ਤਹਿਤ ਕੁਝ ਸਕੀਮਾਂ ਨੂੰ ਮਨਜ਼ੂਰੀ ਦਿੱਤੀ, ਜਿਸ ਵਿੱਚ ਕੁਝ ਪ੍ਰਾਈਵੇਟ ਕੰਪਨੀਆਂ ਤੇ ਕੁਝ ਇਕੱਲੇ ਖਾਸਮ ਖਾਸ ਵਿਅਕਤੀਆਂ ਨੂੰ ਵੱਡੇ ਵੱਡੇ ਠੇਕੇ ਦਿੱਤੇ ਗਏ ਜੀ ਤੇ ਬੇਨਿਯਮੀਆਂ ਹੋਈਆਂ ਦੱਸੀਆਂ ਜਾਂਦੀਆਂ ਨੇ। ਪਰ ਪਿਛਲੇ 6 ਸਾਲਾਂ ਦੇ ਵਿੱਚ ਜਦੋਂ ਇਹੋ ਜਿਹੀ ਕੋਈ ਇੰਸਟੀਚਿਊਟ ਬਣਦੀ ਹੈ, ਕੋਈ ਸੁਸਾਇਟੀ ਬਣਦੀ ਹੈ, ਉਹਨੂੰ ਇੱਕ ਵੱਡਾ ਕੰਮ ਦਿੱਤਾ ਜਾਂਦਾ ਹੈ। ਇਸ ਦੀ ਬਿਲਡਿੰਗ ਬਹੁਤ ਖੂਬਸੂਰਤ ਉਸਾਰੀ ਗਈ ਜੀ। ਲਾਰਸਨ ਐਂਡ ਟਿਊਬਰੋ ਕੰਪਨੀ ਨੂੰ ਜਿਹੜਾ ਸੀ ਉਹ ਠੇਕਾ ਦਿੱਤਾ ਗਿਆ ਔਰ ਵੱਡੀ ਇੰਡੀਆ ਦੀ ਕੰਪਨੀ ਹੈ, ਉਹਨਾਂ ਨੇ ਬਿਲਡਿੰਗ ਬਣਾਈ, ਪਰ ਉਸ ਤੋਂ ਬਾਅਦ ਇੱਥੇ ਕੋਈ ਬਹੁਤਾ ਸਹੀ ਕੰਮ ਚੱਲ ਨਹੀਂ ਸਕਿਆ। ਇੱਕ ਇਲਾਕੇ ਦੀ ਨਹੀਂ ਬਲਕਿ ਖਿੱਤੇ ਦੀ ਇਹ ਇੱਕ ਚਾਨਣ ਮੁਨਾਰਾ ਇੱਕ ਇੰਸਟੀਚਿਊਟ ਹੋ ਸਕਦੀ ਸੀ, ਜੋ ਅੱਜ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ ਜੀ। ਫੰਡਾਂ ਦੀ ਘਾਟ ਹੈ, ਹੋਰ ਬਹੁਤ ਬੇਨਿਯਮੀਆਂ ਨੇ ਤੇ ਜਿਹੜੀਆਂ ਉਹਦੀਆਂ ਮੀਟਿੰਗਸ ਹੋਣੀਆਂ ਚਾਹੀਦੀਆਂ ਨੇ ਸੁਸਾਇਟੀ ਦੀਆਂ, ਜਨਰਲ ਇਜਲਾਸ ਜਿਹੜੇ ਉਸ 'ਤੇ ਹੋਣੇ ਚਾਹੀਦੇ ਨੇ, ਆਮ ਇਜਲਾਸ, ਉਹ ਜੋ ਕੁਝ ਥੋੜ੍ਹੇ ਸਮੇਂ ਬਾਅਦ ਬੁਲਾਏ ਜਾਣੇ ਚਾਹੀਦੇ ਨੇ, ਜਿਨ੍ਹਾਂ ਵਿੱਚ ਸਾਰਾ ਏਜੰਡਾ ਰੱਖਿਆ ਜਾਂਦਾ ਹੈ ਤੇ ਮਤੇ ਪਾਏ ਜਾਂਦੇ ਨੇ ਤੇ ਹਿਸਾਬ ਕਿਤਾਬ ਦਿੱਤੇ ਜਾਂਦੇ ਨੇ। ਤੁਹਾਨੂੰ ਹੈਰਾਨੀ ਹੋਵੇਗੀ ਸੁਣ ਕੇ, ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ 6 ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਨਹੀਂ ਹੋਈ। ਕੈਪਟਨ ਸਾਹਿਬ ਬਿਜ਼ੀ ਬਹੁਤ ਸੀ, ਤੁਸੀਂ ਤਾਂ ਐਵੇਂ ਗੱਲਾਂ ਕਰੀ ਜਾਂਦੇ ਹੋ, ਉਹਨਾਂ ਕੋਲ ਬਹੁਤ ਕੰਮ ਸੀ ਹੋਰ। ਜੀ, ਕੰਮ ਉਹਨਾਂ ਕੋਲ ਬਹੁਤ ਸੀ, ਇਹ ਗੱਲ ਬਿਲਕੁਲ ਠੀਕ ਹੈ ਜੀ। ਹੁਣ ਗੱਲ ਇਹ ਹੈ ਕਿ ਹੁਣ ਬਣੇਗਾ ਕੀ ਜੀ। ਭਗਵੰਤ ਮਾਨ ਦੀ ਜੇ ਅਸੀਂ ਅੱਜ ਦੀ ਜਿਹੜੀ ਉਹਨਾਂ ਦੀ ਪੋਸਟ ਹੈ ਉਹਨੂੰ ਸਮਝ ਲਈਏ ਤੇ ਮੇਰੇ ਹਿਸਾਬ ਨਾਲ ਉਹ ਸਿੱਧੇ ਹੋ ਗਏ ਨੇ ਇਸ ਪਾਸੇ ਨੂੰ। ਕੰਮ ਉਹ ਜ਼ਰੂਰ ਕਰਨਗੇ। ਉਹਨਾਂ ਨੇ ਕਿਹਾ ਕਿ ਸਾਰੇ ਘਪਲਿਆਂ ਦੀ ਜਾਂਚ ਕਰਾਂਗੇ ਤੇ ਇਸ ਇੰਸਟੀਚਿਊਟ ਦੇ ਵਿੱਚ ਦਮ ਹੈ ਕਿ ਇਹ ਇੱਕ ਵਿਲੱਖਣ ਸੰਸਥਾ ਬਣ ਸਕੇ ਤੇ ਇੱਥੇ ਅਸੀਂ ਕੰਮ ਹੁੰਦਾ ਵੇਖਣਾ ਚਾਹੁੰਦੇ ਤੇ ਕੰਮ ਕਰਵਾਵਾਂਗੇ। ਫਿਕਰ ਨਾ ਕਰੋ ਫੰਡਾਂ ਦੀ, ਫੰਡ ਵੀ ਆਉਣਗੇ ਪਰ ਘਪਲਿਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਅਸੀਂ ਬਖਸ਼ਣਾ ਨਹੀਂ ਹੈ। 99 ਸਾਲ ਦਾ ਪਟਾ ਤੇ ਲਿਖ ਦਿੱਤਾ ਪਰ ਹਿਸਾਬ ਕਿਤਾਬ ਤਾਂ ਦੇਣਾ ਪੈਣਾ ਸੀ ਨਾ ਕਿ ਹੋਇਆ ਕੀ ਹੈ। ਉਹ ਹੁਣ ਹਿਸਾਬ ਕਿਤਾਬ ਹੋਣ ਦਾ ਜਿਹੜਾ ਇੱਕ ਵਾਅਦਾ ਜਿਹੜਾ ਭਗਵੰਤ ਮਾਨ ਹੋਣਾ ਨੇ ਕੀਤਾ ਹੈ ਤੇ ਦੇਖੋ ਕੀ ਬਣਦਾ ਹੈ। ਜੇ ਇਹ ਬਦਲਾਅ ਵਾਲੀ ਧਿਰ ਆਪਣੇ ਵਾਅਦੇ ਵਫਾ ਕਰੇ ਤੇ ਪੰਜਾਬ ਨੂੰ ਇੱਕ ਚੰਗਾ ਮੈਡੀਕਲ ਕਾਲਜ ਸਮੇਤ ਹਸਪਤਾਲ ਮਿਲ ਸਕਦਾ ਹੈ, ਜਿਹੋ ਜਿਹੀ ਜਿਸ ਦੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਸਟੇਟ ਨੂੰ। ਜਦੋਂ ਅਸੀਂ ਹੈਲਥ ਸਰਵਿਸਿਜ਼ ਦੀ ਗੱਲ ਕਰਦੇ ਹਾਂ ਜਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤੇ ਇਹ ਦੋਨੋਂ ਚੀਜ਼ਾਂ ਮੁਹੱਈਆ ਕਰਵਾ ਸਕਦਾ ਹੈ। ਕੁਲਦੀਪ ਜੀ, ਚਲਦੇ ਇੱਕ ਨੈਸ਼ਨਲ ਖਬਰ ਦੀ ਗੱਲ ਕਰਦੇ ਹਾਂ। ਬਹੁਤ ਲੰਬਾ ਸਮਾਂ ਹੋਇਆ ਨਹੀਂ, ਹਾਲੇ ਬਹੁਤੇ ਸਾਲ ਨਹੀਂ ਹੋਏ। ਮੋਦੀ ਸਾਹਿਬ ਦੀ ਜਿਹੜੀ ਸਿਆਸਤ ਆ ਉਹ ਗੁਜਰਾਤ ਤੋਂ ਚੱਲਦੀ ਸੀ ਤੇ ਉੱਥੇ ਇੱਕ ਪਟੇਲ ਕਮਿਊਨਿਟੀ ਦੇ ਯੂਥ ਆਗੂ ਨੇ ਝੰਡਾ ਬੁਲੰਦ ਕਰ ਦਿੱਤਾ, ਬੜਾ ਨਾਮ ਬਣਾਇਆ। ਹਾਰਦਿਕ ਪਟੇਲ ਨੇ ਕਾਂਗਰਸ ਵਿੱਚ ਚਲੇ ਗਏ, ਬਾਅਦ ਵਿੱਚ ਪਾਟੀਦਾਰ ਅੰਦੋਲਨ ਸਾਰੇ ਮੁਲਕ ਨੇ ਦੇਖਿਆ। ਜਿਵੇਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਗੁਜਰਾਤ ਦੇ ਵਿੱਚ ਵੀ ਬਹੁਤ ਵੱਡਾ ਅੰਦੋਲਨ ਖੜਾ ਕਰ ਦਿੱਤਾ ਸੀ ਉਹਨਾਂ ਨੇ। ਕਾਂਗਰਸ ਵਿੱਚ ਚਲੇ ਗਏ, ਕਾਂਗਰਸ ਦੇ ਸੂਬਾ ਪ੍ਰਧਾਨ ਵੀ ਬਣਾ ਦਿੱਤੇ ਗਏ, ਪਰ ਫਿਰ ਛੱਡ ਕੇ ਉਹ ਭਾਜਪਾ 'ਚ ਆ ਗਏ ਨੇ। ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਆ ਜੀ? ਬੜੀ ਹੈਰਾਨੀ ਵਾਲੀ ਗੱਲ ਆ ਮੇਰੇ ਲਈ ਤੇ। ਹਾਰਦਿਕ ਪਟੇਲ, ਤੁਸੀਂ ਬਿਲਕੁਲ ਠੀਕ ਆਖਿਆ ਕਿ ਪਾਟੀਦਾਰ ਅੰਦੋਲਨ ਦੇ ਵਿੱਚੋਂ ਉਪਜੀ ਹੋਈ ਸ਼ਖਸੀਅਤ ਹੈ ਜੀ। ਪਾਟੀਦਾਰ ਜਿਹੜਾ ਹੈ ਬੇਸਿਕਲੀ ਇੱਕ ਵਰਗ ਹੈ, ਗੁਜਰਾਤੀ ਜ਼ਿਆਦਾ ਨੇ, ਵੈਸੇ 22 ਸੂਬਿਆਂ ਦੇ ਵਿੱਚ ਦੱਸਿਆ ਜਾਂਦਾ ਕਿ ਇਹਨਾਂ ਦੇ ਭਾਈਚਾਰਾ ਹੈ ਪਾਟੀਦਾਰ ਜੀ। ਇਹ ਜ਼ਿਆਦਾ ਕਰਕੇ ਖੇਤੀਬਾੜੀ ਨਾਲ ਸੰਬੰਧਿਤ ਜੁੜੇ ਹੋਏ ਲੋਕ ਨੇ ਜੀ ਤੇ ਉਸ ਦੇ ਨਾਲ ਜੁੜੇ ਹੋਏ ਮੁੱਦੇ ਉਠਾਉਂਦੇ ਨੇ। ਪਟੇਲ ਭਾਈਚਾਰੇ ਦੇ ਵਿੱਚੋਂ ਨੇ ਹਾਰਦਿਕ ਜੀ। ਉਸ ਅੰਦੋਲਨ ਦੇ ਵਿੱਚੋਂ ਉੱਠੇ ਤੇ ਉਹਨਾਂ ਨੇ ਇੱਕ ਨਿਸ਼ਾਨਾ ਜਿਹੜਾ ਸੀ ਰੱਖਿਆ ਕਿ ਉਹਨਾਂ ਨੇ ਭਾਜਪਾ ਨੂੰ ਸਿੱਧਾ ਜਿਹੜਾ ਸੀ ਉਹ ਹਮੇਸ਼ਾ ਆੜੇ ਹੱਥੀਂ ਲਿਆ, ਨਰਿੰਦਰ ਮੋਦੀ ਨੂੰ, ਅਮਿਤ ਸ਼ਾਹ ਨੂੰ ਤੇ ਪਤਾ ਨਹੀਂ ਹੋਰ ਕਿਹਨੂੰ ਜੀ। ਹੁਣ ਉਹਨਾਂ ਦੇ ਪੁਰਾਣੇ ਦਿੱਤੇ ਹੋਏ ਬਿਆਨ, ਵੀਡੀਓ, ਟਵੀਟ ਜਿਹੜੇ ਨੇ ਸਾਹਮਣੇ ਆ ਰਹੇ ਨੇ, ਜਿਸ ਵਿੱਚ ਕਿਤੇ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਇਸ ਦੇਸ਼ ਦੇ ਵਿੱਚ ਮੁਸਲਮਾਨ ਹੋਣਾ ਜੁਰਮ ਹੈ ਜੀ। ਹੁਣ ਅੱਜ ਉਹ ਸਭ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਉਹ ਕਿਵੇਂ ਜਵਾਬ ਦੇਣਗੇ? ਖੈਰ, ਇਸ ਮੁਲਕ ਵਿੱਚ ਕਦੀ ਕਿਸੇ ਨੇ ਜਵਾਬ ਦੇਣ ਦੀ ਕੋਸ਼ਿਸ਼ ਤਾਂ ਬਹੁਤੀ ਕੀਤੀ ਨਹੀਂ ਜੀ। ਮੋਦੀ ਦੇ ਕੱਟੜ ਆਲੋਚਕ ਵਜੋਂ ਉੱਭਰੇ। ਉਹਨਾਂ ਦੀ ਇੱਕ ਕਥਿਤ ਇੱਕ ਵੀਡੀਓ ਵੀ ਕਦੇ ਇੱਕ ਸਾਹਮਣੇ ਆਈ ਜਿਸ ਦੇ ਤਹਿਤ ਉਹਨਾਂ ਨੂੰ ਕਾਫੀ ਬਦਨਾਮੀ ਝੱਲਣੀ ਪਈ ਜੀ। ਹੋਰ ਬਹੁਤ ਸਾਰੇ ਕੇਸ ਅੰਦੋਲਨ ਦੇ ਦੌਰਾਨ, ਜੋ 15 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਕੇਸ ਸੀ, ਉਸ 'ਤੇ ਦਾਇਰ ਹੋਏ ਸੀ ਤੇ ਇਸ ਦੇ ਹਾਰਦਿਕ ਪਟੇਲ ਦੇ ਭਾਜਪਾ ਵਿੱਚ ਜਾਣ ਦੀਆਂ ਕਨਸੋਆਂ ਤਾਂ ਉਦੋਂ ਦੀਆਂ ਮਿਲ ਰਹੀਆਂ ਸੀ ਜਦੋਂ ਉਹ ਕੇਸ ਜਿਹੜੇ ਸੀ ਉਹਨਾਂ ਵਿੱਚੋਂ ਵਾਪਸ ਲਏ ਜਾਣ ਲੱਗ ਪਏ ਜੀ। ਪਰ ਕਾਂਗਰਸ ਦੇ ਅੰਦਰੂਨੀ ਹਾਲਾਤਾਂ ਨੂੰ ਵੇਖਦੇ ਹੋਏ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਤਾਂ ਕਹਿ ਦਿੱਤੀ ਆ, ਪਰ ਕਾਂਗਰਸ ਵਾਲੇ ਔਖੇ ਬਹੁਤ ਨੇ ਜੀ। ਉਹ ਪਾਣੀ ਪੀ ਕੇ ਗਾਲਾਂ ਕੱਢ ਰਹੇ ਨੇ ਹਾਰਦਿਕ ਪਟੇਲ ਨੂੰ ਤੇ ਕਹਿੰਦੇ ਕਿ ਦੇਖੋ ਅਸੀਂ ਇਹਨੂੰ ਸਟਾਰ ਪ੍ਰਚਾਰਕ ਬਣਾਇਆ ਹੋਇਆ ਸੀ ਆਪਣੇ ਕਈ ਸਟੇਟਾਂ ਦੇ ਵਿੱਚ ਤੇ ਇਹ ਹੁਣ ਛੱਡ ਕੇ ਭਾਜਪਾ ਦੇ ਵਿੱਚ ਜਾ ਵੜਿਆ ਜੀ ਤੇ ਇਸ ਵਿਅਕਤੀ ਨੇ ਸਾਡੇ ਨਾਲ ਧੋਖਾ ਕੀਤਾ ਹੈ। ਤੇ ਉਹ ਹਾਰਦਿਕ ਪਟੇਲ ਕਹਿ ਰਿਹਾ ਕਿ ਮੈਂ ਇੱਕ ਛੋਟਾ ਜਿਹਾ ਸਿਪਾਹੀ ਬਣ ਕੇ ਰਵਾਂਗਾ ਜੀ, ਜਿਸ ਤੋਂ ਇਸ ਗੱਲ ਦੀ ਨਿਸ਼ਾਨਦੇਹੀ ਹੁੰਦੀ ਹੈ ਕਿ ਵੱਡੇ ਅਹੁਦੇ ਦੀ ਉਹਨੂੰ ਅਜੇ ਲੋੜ ਨਹੀਂ ਹੈ ਜੀ। ਤੇ ਭਾਜਪਾ ਦਾ ਉਹ ਛੋਟਾ ਸਿਪਾਹੀ ਹੀ ਗੁਜਰਾਤ ਦੇ ਵਿੱਚ ਬਣੇਗਾ। ਪਰ ਕੁਝ ਗੱਲਾਂ ਹੋਰ ਨੇ ਜੀ। ਉਹਨਾਂ ਦੇ ਮੋਦੀ ਜਾਂ ਬੀਜੇਪੀ ਨੂੰ ਗੁਜਰਾਤ ਦੇ ਵਿੱਚੋਂ 2-3 ਵਿਅਕਤੀਆਂ ਨੂੰ ਜਿਨ੍ਹਾਂ ਤੋਂ ਉਹਨਾਂ ਨੂੰ
ਜ਼ਿਆਦਾ ਜਿਹੜਾ ਮਿਲਦਾ ਸੀ, ਇੱਕ ਟ੍ਰਾਇੰਗਲ ਸੀ। ਉਹਨਾਂ ਵਿੱਚੋਂ ਹਾਰਦਿਕ ਪਟੇਲ ਇੱਕ ਸੀ ਜ਼ਿਆਦਾ ਵਿਰੋਧਤਾ ਕਰਨ ਵਾਲਿਆਂ ਚੋਂ, ਜਗਨੇਸ਼ ਮੇਵਾਣੀ ਜਿਹੜੇ ਨੇ ਇੱਕ ਹੈ, ਤੇ ਅਲਪੇਸ਼ ਠਾਕੁਰ ਨੇ ਤੀਸਰੇ। ਜਗਨੇਸ਼ ਮੇਵਾਣੀ ਪਹਿਲਾਂ ਹੀ ਵਿਚਾਰੇ ਅੰਦਰ ਬੈਠੇ ਹੋਏ ਨੇ ਜੀ, ਤੇ ਕਿਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਵੀ ਕਿਤੇ ਫਿਕਰ ਸੀ ਕਿ ਕਿਤੇ ਮੇਰੇ ਨਾਲ ਵੀ ਇਸ ਤਰ੍ਹਾਂ ਨਾ ਹੋ ਜਾਵੇ, ਤੇ ਬਾਕੀਆਂ ਦਾ ਹੁਣ ਦੇਖੋ ਕੀ ਬਣਦਾ। ਪਰ ਗੁਜਰਾਤ ਦੇ ਵਿੱਚ ਕਾਂਗਰਸ ਜੋ ਮਾੜੀ ਮੋਟੀ ਉਮੀਦ ਲਾਈ ਬੈਠੀ ਸੀ ਕਿ ਐਸੇ ਸਾਲ ਉੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਮੇਰੇ ਹੱਥ ਸਾਡੇ ਪਿੰਡ ਪੱਲੇ ਕੁਝ ਪੈ ਸਕਦਾ ਹੈ, ਉਹਨਾਂ ਦੀ ਹਾਲਤ ਬਹੁਤ ਪਤਲੀ ਹੋ ਗਈ ਹੈ ਕਾਂਗਰਸ ਵਾਲਿਆਂ ਦੀ ਜੀ। ਪਰ ਇੱਕ ਗੱਲ ਹੈ, 2 ਸੂਬਿਆਂ ਦੀਆਂ ਉਦਾਹਰਨਾਂ ਮੈਂ ਤੁਹਾਨੂੰ ਦੇ ਸਕਦਾ ਅਮਰਤ ਜੀ ਜੀ। ਬੰਗਾਲ ਤੇ ਪੰਜਾਬ ਜੀ। ਚੋਣਾਂ ਤੋਂ ਐਨ ਪਹਿਲਾਂ ਇੰਨੇ ਲੋਕ, ਇੰਨੇ ਕਾਂਗਰਸ ਦੇ ਹੋਰਨਾਂ ਪਾਰਟੀਆਂ ਦੇ ਛੱਡ ਕੇ ਭਾਜਪਾ ਵਿੱਚ ਗਏ ਕਿ ਗਿਣਤੀ ਨਹੀਂ ਰਹੀ ਜੀ। ਚੁਟਕਲਾ ਬਣ ਗਿਆ ਸੀ ਕਿ ਸਵੇਰ ਨੂੰ ਪਤਾ ਨਹੀਂ ਕਿਹਦੀ ਖਬਰ ਆਉਣੀ ਹੈ ਕਿ ਅੱਜ ਜਿਹੜਾ ਉਹ ਇਸ ਪਾਰਟੀ ਵਿੱਚ ਸੀ ਤੇ ਸਵੇਰ ਨੂੰ ਭਾਜਪਾ ਵਿੱਚ ਚਲਾ ਗਿਆ ਜੀ। ਇਹ ਗਰੰਟੀ ਨਹੀਂ ਹੈ ਕੋਈ, ਬਿਲਕੁਲ, ਕਿ ਜੇ ਗੁਜਰਾਤ ਵਿੱਚ ਚੋਣਾਂ ਹੋਣੀਆਂ ਨੇ ਤੇ ਵੱਡੇ ਵੱਡੇ ਲੀਡਰ ਭਾਜਪਾ ਵਿੱਚ ਜਾਣ ਲੱਗ ਪਏ ਨੇ ਤੇ ਭਾਜਪਾ ਦੇ ਜਿੱਤਣ ਦੀ ਗਰੰਟੀ ਨਹੀਂ ਬਣਦੀ, ਕਿਉਂਕਿ 2 ਸਟੇਟਾਂ ਦੇ ਵਿੱਚ ਬੰਗਾਲ ਤੇ ਪੰਜਾਬ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਹੋਇਆ। ਪਰ ਗੁਜਰਾਤ ਦੇ ਹਾਲਾਤ ਵੱਖਰੇ ਨੇ, ਉੱਥੇ ਬਣ ਵੀ ਸਕਦੀ ਹੈ, ਗਰੰਟੀ ਹੋ ਵੀ ਸਕਦੀ ਹੈ। ਉਹ ਕਿਵੇਂ ਨੇ ਜੀ? ਇਹ ਹੈ ਕਿ ਬੰਗਾਲ ਤੇ ਪੰਜਾਬ ਨੂੰ ਜਦੋਂ ਅਸੀਂ ਦੇਖਦੇ ਹਾਂ, ਬੰਗਾਲ ਦੇ ਵਿੱਚ ਬੀਬੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਬਦਲ ਲੋਕਾਂ ਦੇ ਕੋਲ ਮੌਜੂਦ ਸੀ ਜੀ, ਜਿਸ ਦੇ ਤਹਿਤ ਬੀਜੇਪੀ ਨੂੰ ਉਹਨਾਂ ਨੇ ਸੈਕੰਡਰੀ ਜਾਂ 3rd ਤੇ 4th ਪਲੇਸ ਤੇ ਕਰ ਦਿੱਤਾ ਤੇ ਹੋਰ ਪਾਰਟੀ ਨੂੰ ਜਿਹੜਾ ਸੀ ਉਹਨਾਂ ਨੇ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਗੁਜਰਾਤ ਦੇ ਵਿੱਚ ਕੁਝ ਹੈ ਨਹੀਂ ਹੈ। ਗੁਜਰਾਤ ਦੇ ਵਿੱਚ ਮੁਕਾਬਲਾ ਕਾਂਗਰਸ ਨਾਲ ਹੀ ਤੇ ਕਾਂਗਰਸ ਇਸ ਵੇਲੇ ਕੱਖੋਂ ਹੌਲੀ ਹੋਈ ਪਈ ਹੈ। ਰੋਜ਼ਾਨਾ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ ਕਿ ਸਾਡਾ ਪਤਾ ਨਹੀਂ ਕਿਹੜੇ ਸੂਬੇ 'ਚੋਂ ਖਬਰ ਆ ਜਾਣੀ ਹੈ ਕਿ ਕਿਹੜਾ ਸਾਡਾ ਆਗੂ ਜਿਹੜਾ ਹੈ ਉਹ ਭਾਜਪਾ ਵਿੱਚ ਪਹੁੰਚ ਜਾਣਾ ਤੇ ਕਿਸ ਨੇ ਗਲ ਵਿੱਚ ਕੇਸਰੀ ਪੱਟਾ ਜਿਹੜਾ ਹੈ ਪਵਾ ਲੈਣਾ। ਹੁਣ ਇਹ ਹਾਲਾਤ ਬਣੇ ਹੋਏ ਨੇ ਗੁਜਰਾਤ ਦੇ ਵਿੱਚ। ਗੁਜਰਾਤ ਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ ਭਾਰਤੀ ਜਨਤਾ ਪਾਰਟੀ ਤੇ ਗਵਾਚਦਾ ਦਿਸਦਾ ਵੀ ਨਹੀਂ ਹੈ ਜੋ ਅਜੇ ਤੱਕ ਹਾਲਾਤ ਨੇ। ਬਹੁਤ ਜ਼ੋਰਦਾਰ ਤਰੀਕੇ ਨਾਲ ਮਣਾ ਮੁਹੀ ਪੈਸਾ, ਡਿਵੈਲਪਮੈਂਟ, ਹੋਰ ਤਰੀਕਿਆਂ ਨਾਲ ਕੋਈ ਸਟੇਡੀਅਮ ਹੈ, ਕੋਈ ਕੁਛ ਹੈ, ਰਹਿੰਦਾ ਖੁੰਦਾ। ਗੁਜਰਾਤ ਦੀ ਟੀਮ ਜਿਹੜੀ IPL ਜਿੱਤ ਗਈ ਹੈ, ਜਿਹੜੀ ਨਵੀਂ ਬਣਾਈ ਸੀ ਪਹਿਲੀ ਵਾਰੀ ਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਭਾਜਪਾ ਕੈਸ਼ ਕਰਨ ਦੀ ਤਿਆਰੀ ਦੇ ਵਿੱਚ ਹੈ। ਤੇ ਹਾਰਦਿਕ ਪਟੇਲ ਜਿਹੜੇ ਨੇ ਉਹ ਹਾਰਦਿਕ ਰਹਿਣਗੇ ਕਿ ਨਹੀਂ ਹਰ ਦਿਲ ਦੇ ਵਿੱਚ, ਤੇ ਇਹ ਹੁਣ ਸਾਨੂੰ ਪਤਾ ਨਹੀਂ ਹੈ। ਇੱਕ ਹਾਰਦਿਕ ਪਾਂਡਿਆ ਨੇ, ਇੱਕ ਹਾਰਦਿਕ ਸਿੰਘ ਸਾਡਾ ਪੰਜਾਬੀ ਨੌਜਵਾਨ ਹੈ ਜਿਹੜਾ ਹਾਕੀ ਦਾ ਖਿਡਾਰੀ ਹੈ, ਤੇ ਹਾਰਦਿਕ ਪਟੇਲ ਕੀ ਰੰਗ ਦਿਖਾਵੇਗਾ ਭਾਜਪਾ ਦੇ ਵਿੱਚ, ਇਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਪਤਾ ਲੱਗੇਗਾ। ਹਾਰਦਿਕ ਪਟੇਲ ਛੋਟੇ ਜਿਹੇ ਸਿਪਾਹੀ ਬਣ ਗਏ ਨੇ, ਹੁਣ ਦੇਖਣਾ ਪਵੇਗਾ ਕਿ ਉਹ ਸਿੰਧੀਆ ਵਾਂਗ ਕਿਤੇ ਸਿਪਾਹੀ ਬਣਦੇ ਨੇ ਜਾਂ ਫਿਰ ਹੋਰ ਬਹੁਤ ਸਾਰੇ ਲੋਕ ਅਜਿਹੇ ਹੋਏ ਨੇ ਜਿਹੜੇ ਇੱਧਰੋਂ ਉੱਧਰੋਂ ਛੱਡ ਕੇ ਉੱਧਰ ਗਏ ਤੇ ਉਹਨਾਂ ਨੂੰ ਬਹੁਤ ਵੱਡੀਆਂ ਵੱਡੀਆਂ ਕੁਰਸੀਆਂ ਮਿਲੀਆਂ, ਹੋਰ ਕੁਝ ਨਾ ਵੀ ਮਿਲੇ, ਕੇਂਦਰ ਦੀ ਸੱਤਾ ਦਾ ਸਾਥ ਤੇ ਆਉਣ ਵਾਲੇ ਸਮੇਂ ਤੱਕ ਲਈ ਹੈ ਹੀ। ਤੇ ਜਿਹੜੀ ਤੁਸੀਂ ਇੱਕ ਲੁਕਵੀਂ ਜੀ ਗੱਲ ਉਹਦੇ 'ਚ ਕੀਤੀ ਕਿ ਕੇਸ ਜਿਹੜੇ ਹੁੰਦੇ ਨੇ ਉਹ ਵਾਪਸ ਲਏ ਜਾਂਦੇ ਨੇ, ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹ ਲੱਗਦਾ ਕਿ ਉਹ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਸਰਕਾਰਾਂ ਕਿਸ ਤਰੀਕੇ ਦੇ ਨਾਲ ਆਪਣੇ ਹੀਲੇ ਲਈ, ਆਪਣੇ ਫਾਇਦੇ ਲਈ ਤੇ ਆਉਣ ਵਾਲੇ ਸਮੇਂ ਦੀਆਂ ਚੋਣਾਂ ਲਈ ਵਰਤਦੀ ਹੈ। ਅਸੀਂ ਤੇ ਗੱਲ ਕਰਾਂਗੇ ਜਦੋਂ ਸਾਡੇ ਕੋਲ ਗੱਲ ਆਵੇਗੀ ਤੇ ਸੁਣੇਗਾ ਕੋਈ ਤੇ ਉਹਦਾ ਅਸਰ ਕੀ ਹੋਵੇਗਾ, ਇਹ ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾਵੇਗਾ। ਇਸ ਹਾਰਦਿਕ ਪਟੇਲ ਵਾਲੀ ਘਟਨਾ ਨੂੰ ਦੇਖ ਕੇ ਇੰਜ ਵੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਜੈਪੁਰ ਜਾਂ ਜੋਧਪੁਰ ਦੇ ਜਾਂ ਜਿਹੜਾ ਕਾਂਗਰਸ ਨੇ ਚਿੰਤਨ ਸ਼ਿਵਰ ਕੀਤਾ ਉਹਦੇ ਵਿੱਚੋਂ ਕੋਈ ਚਿੰਤਾ ਜਾਂ ਕੋਈ ਚਿੰਤਨ ਨਹੀਂ ਲੱਭਿਆ। ਹਾਲੇ ਤੱਕ ਉਹਨਾਂ ਦੀ ਛਾਣਨੀ ਚੋਂ ਜਿਹੜਾ ਘੇਰਾ ਆ ਉਹ ਜਾਰੀ ਆ। ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੀ ਵਾਰ ਫਿਰ ਕਰਾਂਗੇ ਕੁਝ ਵਿਚਾਰਾਂ ਤੇ ਚਰਚਾ। ਤਦ ਤੱਕ ਲਈ ਦਿਓ ਇਜਾਜ਼ਤ। ਤੇ ਕੁਲਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਚੰਗੀ ਜਾਣਕਾਰੀ ਸ਼ੇਅਰ ਕੀਤੀ।